ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਬੜੇ ਪਿਆਰ ਨਾਲ ਗੁਰਬਾਣੀ ਕੀਰਤਨ ਸਰਵਨ ਕੀਤਾ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਗੁਰਬਾਣੀ ਦੀ ਵਿਚਾਰਧਾਰਾ ਨਾਲ ਜੋੜਨ ਦਾ ਯਤਨ ਕਰੀਏ। ਅੱਜ ਆਪਾਂ ਗੁਰਬਾਣੀ ਦੇ ਸਿਰਲੇਖਾਂ ਤੇ ਵਿਚਾਰ ਕਰਾਂਗੇ। ਪਿਛਲੇ ਸਮੇਂ ਵਿੱਚ ਆਪਾਂ ਇਹ 4 ਸਿਰਲੇਖ ਸਮਝੇ ਸਨ, ਜਿਸ ਵਿੱਚ ਸੀ ਰਾਗ ਬਿਲਾਵਲ ਤੇ ਰਾਗ ਬਿਲਾਵਲ ਦੇ ਅੰਦਰ ਹੀ ਥੱਲੇ ਵਾਲੇ 3 ਜਿਹੜੇ ਸਿਰਲੇਖ ਸਨ, ਪੜਤਾਲ, ਤਿੱਤੀ ਅਤੇ ਵਾਰ 7। ਸੋ ਅੱਜ ਜਿਹੜੀ ਆਪਾਂ ਵਿਚਾਰ ਕਰਨੀ ਹੈ, 2 ਰਾਗ ਹਨ, ਰਾਗ ਗੌਂਡ ਅਤੇ ਰਾਗ ਰਾਮਕਲੀ। ਇਸ ਵਿਚਾਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸਵਾਲ ਆਇਆ ਸੀ, ਮੰਨਣ ਕਿਸ ਨੂੰ ਆਖਦੇ ਨੇ, ਜਾਂ ਮੰਨਣ ਕੀ ਹੁੰਦਾ ਹੈ, ਮੰਨਣ ਕਿਵੇਂ ਕੀਤਾ ਜਾ ਸਕਦਾ ਹੈ। ਸੋ ਇਸ ਮੰਨਣ ਸ਼ਬਦ ਦੇ ਅਰਥ ਬਹੁਤ ਸਾਰੇ ਨੇ। ਜਿਸ ਤਰ੍ਹਾਂ ਵਿਚਾਰ ਕਰਨਾ, ਸਮਝਣਾ, ਅਭਿਆਸ ਕਰਨਾ, ਚਿੰਤਨ ਕਰਨਾ ਤੇ ਕਿਸੇ ਦੀ ਗੱਲ ਨੂੰ ਮੰਨ ਲੈਣਾ, ਇਹ ਸਾਰੇ ਅਰਥ ਜਿਹੜੇ ਨੇ ਇਸ ਮੰਨਣ ਸ਼ਬਦ ਵਿੱਚੋਂ ਨਿਕਲਦੇ ਨੇ। ਜੇ ਇੰਨੇ ਸਾਰੇ ਅਰਥ ਨੇ ਤੇ ਫਿਰ ਠੀਕ ਕਿਹੜਾ ਹੋਏਗਾ? ਇਹਦਾ ਮਤਲਬ ਇਹ ਹੁੰਦਾ ਹੈ ਕਿ ਸਾਰੇ ਹੀ ਸ਼ਬਦ ਤਕਰੀਬਨ ਇੱਕ ਤੋਂ ਵੱਧ ਅਰਥ ਰੱਖਦੇ ਹੁੰਦੇ ਨੇ, ਤੇ ਸਿਆਣੇ ਲੋਕ ਜਦੋਂ ਅਰਥ ਉਹਦੇ ਕੱਢਦੇ ਨੇ ਤੇ ਉਹ ਵੇਖਦੇ ਨੇ ਕਿ ਕਿਸ ਪ੍ਰਸੰਗ ਵਿੱਚ ਇਹ ਸ਼ਬਦ ਵਰਤਿਆ ਗਿਆ ਹੈ। ਜਦੋਂ ਆਪਾਂ ਕਿਸੇ ਸ਼ਬਦ ਦੀ ਵਰਤੋਂ ਦੇ ਪ੍ਰਸੰਗ ਨੂੰ ਸਮਝ ਲਈਏ ਤੇ ਫਿਰ ਸ਼ਬਦ ਨੂੰ ਸਮਝਣਾ ਕੋਈ ਔਖਾ ਨਹੀਂ ਹੁੰਦਾ, ਫਿਰ ਉਹ ਆਸਾਨ ਹੋ ਜਾਂਦਾ ਹੈ। ਸੋ ਇਹ ਜਿਹੜਾ ਮੰਨਣ ਹੈ, ਜਿਵੇਂ ਆਪਾਂ ਇਹਦੇ 3-4 ਅਰਥ ਸਮਝ ਲਏ ਨੇ, ਪਰ ਜਿਹੜਾ ਅਰਥ ਤੁਹਾਡੇ ਨਾਲ ਅੱਜ ਮੈਂ ਸਾਂਝਾ ਕਰਨਾ ਹੈ ਉਹ ਥੋੜਾ ਜਿਹਾ ਇਸ ਤੋਂ ਹਟ ਕੇ ਹੈ। ਮਨ ਜਮਾ ਨ ਇਕੁਅਲ ਟੂ ਮੰਨਣ। ਜਿੱਥੇ ਮਨ ਨਹੀਂ ਰਹਿ ਜਾਂਦਾ, ਜਿੱਥੇ ਮਨ ਸਮਾਪਤ ਹੋ ਜਾਂਦਾ, ਆਖ ਲਈਏ ਮਨ ਮਰ ਜਾਂਦਾ, ਆਖ ਲਈਏ ਮਨ ਆਪਣੇ ਧੇ ਵਿੱਚ ਲੀਨ ਹੋ ਜਾਂਦਾ, ਆਖ ਲਈਏ, ਸ਼ਬਦ ਨਾ ਕੋਈ ਵੀ ਦੇ ਲਵੋ, ਯਾਨੀ ਉੱਥੇ ਮਨ ਦੀ ਗੈਰ ਹਾਜ਼ਰੀ ਹੋ ਜਾਂਦੀ ਹੈ। ਮਨ ਸੁੰਨ ਅਵਸਥਾ ਵਿੱਚ ਜਾਂ ਅਫੁਰ ਅਵਸਥਾ ਵਿੱਚ ਚਲਾ ਜਾਂਦਾ ਹੈ, ਮਨ ਨਹੀਂ ਰਹਿੰਦਾ, ਉਸ ਨੂੰ ਵੀ ਮੰਨਣ ਆਖਦੇ ਨੇ। ਇੱਕ ਅਸੀਂ ਅਰਥ ਲਿਆ ਵਿਚਾਰ ਕਰਨਾ, ਤੇ ਦੂਸਰਾ ਹੈ ਮਨ ਦਾ ਨਾ ਹੋਣਾ, ਨਾ ਰਹਿ ਜਾਣਾ, ਖਤਮ ਹੋ ਜਾਣਾ। ਵਿਚਾਰ ਕਰਨ ਤੋਂ ਮਤਲਬ ਹੁੰਦਾ ਹੈ ਕਿ ਅਸੀਂ ਇੱਕ ਸ਼ਬਦ ਲਿਆ, ਜਿਵੇਂ ਮੰਨਣ ਸ਼ਬਦ ਹੈ, ਇਹਦੇ ਉੱਤੇ ਅਸੀਂ ਬਹੁਤ ਸਾਰੇ ਲੋਕਾਂ ਨੇ ਬੈਠ ਕੇ ਵਿਚਾਰ ਕੀਤਾ। ਕਿਸੇ ਨੇ ਆਪਣੇ ਵਿਚਾਰ ਦਿੱਤੇ, ਕਿਸੇ ਨੇ ਆਪਣੇ ਦੂਸਰੇ ਐਂਗਲ ਤੋਂ ਦਿੱਤੇ। ਫਿਰ ਅਸੀਂ ਉਹਦੇ ਨਾਲ ਹੋਰ ਸ਼ਬਦ ਜੋੜਦੇ ਜਾਂਦੇ ਹਾਂ, ਹੋਰ ਸ਼ਬਦ ਲੈ ਕੇ ਹੋਰ ਉਸ ਸ਼ਬਦ ਦੇ ਫਲਸਫੇ ਨੂੰ ਸਮਝਣ ਵਾਸਤੇ ਅਸੀਂ
ਲੰਬੀ ਸਾਰੀ ਡਿਸਕਸ਼ਨ ਕਰਦੇ ਹਾਂ। ਇਸ ਨੂੰ ਵਿਚਾਰ ਕਰਨਾ ਆਖਦੇ ਨੇ। ਮਨਨ ਕਰਨਾ ਹੁੰਦਾ ਹੈ, ਅਸੀਂ ਹੋਰ ਸ਼ਬਦ ਨਹੀਂ ਲੈਣੇ, ਸਿਰਫ ਇੱਕੋ ਹੀ ਸ਼ਬਦ ਨੂੰ ਉਹਦੀ ਗਹਿਰਾਈ ਵਿੱਚ ਉਤਰਨਾ ਹੈ। ਇਸ ਨੂੰ ਮਨਨ ਕਰਨਾ ਆਖਦੇ ਨੇ। ਗਹਿਰਾਈ ਵਿੱਚ ਉਤਰਨ ਤੋਂ ਮੇਰਾ ਮਤਲਬ ਹੈ ਕਿ ਜਿਵੇਂ ਕੋਈ ਆਦਮੀ ਪਾਣੀ ਵਿੱਚ ਤੈਰਦਾ ਹੋਵੇ ਤੇ ਕੋਈ ਆਦਮੀ ਉਹਦੇ ਵਿੱਚ ਡੁਬਕੀ ਲਗਾਉਂਦਾ ਹੋਵੇ, ਡੁੱਬੀ ਮਾਰਦਾ ਹੋਵੇ। ਆਦਮੀ ਦੋਨੋਂ ਪਾਣੀ ਵਿੱਚ ਹਨ, ਲੇਕਿਨ ਇੱਕ ਪਾਣੀ ਦੀ ਉਤਲੀ ਸਤ੍ਹਾ ਤੇ ਅੱਗੇ ਨੂੰ ਜਾ ਰਿਹਾ ਹੈ ਤੇ ਦੂਸਰਾ ਪਾਣੀ ਦੀ ਡੂੰਘਾਈ ਵਿੱਚ ਥੱਲੇ ਨੂੰ ਜਾ ਰਿਹਾ ਹੈ। ਜਿਹੜਾ ਪਾਣੀ ਉੱਤੇ ਤੈਰਦਾ ਹੈ ਉਹ ਵੀ ਪਾਣੀ ਵਿੱਚ, ਜਿਹੜਾ ਥੱਲੇ ਜਾਂਦਾ ਹੈ ਉਹ ਵੀ ਪਾਣੀ ਵਿੱਚ, ਲੇਕਿਨ ਜਿਹੜਾ ਥੱਲੇ ਜਾਏਗਾ, ਡੂੰਘਾਈ ਵਿੱਚ ਜਾਏਗਾ, ਪਾਣੀ ਵਿੱਚੋਂ, ਸਾਗਰ ਵਿੱਚੋਂ ਹੀਰੇ ਮੋਤੀ ਉਹ ਹੀ ਮਨੁੱਖ ਲੱਭ ਪਾਏਗਾ। ਜਿਹੜਾ ਉੱਤੇ ਉੱਤੇ ਤੈਰਦਾ ਰਹੇਗਾ ਉਹ ਪਾਣੀ ਦੀਆਂ ਤਰੰਗਾਂ ਦਾ, ਪਾਣੀ ਦੀਆਂ ਲਹਿਰਾਂ ਦਾ ਆਨੰਦ ਤੇ ਲੈ ਸਕਦਾ ਹੈ, ਪਰ ਉਹ ਹੀਰੇ ਮੋਤੀ ਨਹੀਂ ਪ੍ਰਾਪਤ ਕਰ ਸਕਦਾ। ਬਸ ਇਹ ਫਰਕ ਹੈ ਵਿਚਾਰ ਕਰਨ ਵਿੱਚ ਤੇ ਮਨਨ ਕਰਨ ਵਿੱਚ। ਮਨਨ ਕਰਨ ਦੇ 3 ਤਲ ਹੁੰਦੇ ਨੇ, 3 ਲੈਵਲ ਹੁੰਦੇ ਨੇ। ਪਹਿਲਾ ਤਲ ਹੁੰਦਾ ਹੈ ਜਿਸ ਤਲ ਤੇ ਅਸੀਂ ਇਸ ਤਰ੍ਹਾਂ ਸਮਝ ਲਈਏ ਵਾਹਿਗੁਰੂ ਸ਼ਬਦ ਹੈ ਸਾਡੇ ਕੋਲ, ਅਸੀਂ ਉਹਦਾ ਮਨਨ ਕਰਨਾ ਹੈ। ਉਹਦਾ ਪਹਿਲਾ ਤਲ ਹੋਏਗਾ ਕਿ ਅਸੀਂ ਉਹਦੇ ਅਰਥ ਭਾਵ ਸਮਝਾਂਗੇ ਵੀ ਇਹਦੇ ਅਰਥ ਕੀ ਨੇ। 2 ਹਿੱਸਿਆਂ 'ਚ ਵੰਡਿਆ ਜਾ ਸਕਦਾ ਹੈ। ਵਾਹ ਵੱਖਰਾ ਕਰ ਲਓ, ਗੁਰੂ ਵੱਖਰਾ ਕਰ ਲਓ। ਫਿਰ ਵਾਹ ਦੇ ਅਰਥ ਅਚਰਜਤਾ ਵੱਲ, ਵਿਸਮਾਦ ਵੱਲ ਲੈ ਜਾਓ। ਗੁਰੂ ਦੇ ਅਰਥ ਹਨੇਰਾ ਤੇ ਪ੍ਰਕਾਸ਼ ਵੱਲ ਲੈ ਜਾਓ ਕਿ ਇੱਕ ਇਹੋ ਜਿਹੀ ਸ਼ਖਸੀਅਤ ਹੈ ਜਿਹੜੀ ਸਾਡੇ ਅੰਦਰੋਂ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਦੀ ਏ। ਇਹ ਉਸ ਦਾ ਪਹਿਲਾ ਤਲ ਏ, ਵਾਹਿਗੁਰੂ ਸ਼ਬਦ ਦੇ ਉੱਤੇ ਵਿਚਾਰ ਕਰਨਾ, ਹੋਰ ਨਾਲ ਸ਼ਬਦ ਜੋੜਨੇ, ਉਹਦੇ ਅਰਥਾਂ ਨੂੰ ਸਮਝਣਾ। ਇਹ ਉਹਦਾ ਪਹਿਲਾ ਤਲ ਹੁੰਦਾ ਹੈ। ਜਿਹੜਾ ਦੂਸਰਾ ਤਲ ਹੁੰਦਾ ਹੈ ਉਹਦੇ ਤੇ ਇਹ ਵਿਚਾਰ ਸਮਾਪਤ ਹੋ ਜਾਂਦੇ ਨੇ। ਵਿਚਾਰ ਸਮਾਪਤ ਹੋ ਜਾਂਦੇ ਨੇ ਜਦੋਂ ਅਸੀਂ ਉਤਲੇ ਪਹਿਲੇ ਤਲ ਤੇ ਸਮਝਿਆ ਸੀ ਕਿ ਅਸੀਂ ਇਸ ਸ਼ਬਦ ਦਾ ਬਾਰ-ਬਾਰ ਅਭਿਆਸ ਕਰਨਾ ਹੈ, ਜਪ ਕਰਨਾ ਹੈ, ਸਿਮਰਨ ਕਰਨਾ ਹੈ। ਦੂਜੇ ਤਲ ਤੇ ਜਾ ਕੇ ਅਸੀਂ ਮੁੱਖ ਤੋਂ ਬੋਲਦੇ ਨਹੀਂ ਹਾਂ, ਲੇਕਿਨ ਆਪਣੇ ਮਨ ਦੁਆਰਾ, ਆਪਣੀ ਸੁਰਤ ਦੁਆਰਾ ਉਸ ਸ਼ਬਦ ਨੂੰ ਬਾਰ-ਬਾਰ ਆਪਣੇ ਅੰਦਰ ਹੀ ਦੁਹਰਾਉਂਦੇ ਹਾਂ। ਉਹ ਮੰਨਣ ਕਰਨ ਦਾ ਦੂਸਰਾ ਤਲ ਮੰਨਿਆ ਜਾਂਦਾ ਹੈ। ਸਾਡੇ ਉਸ ਵਾਹਿਗੁਰੂ ਸ਼ਬਦ ਬੋਲਣ ਦੀ ਆਵਾਜ਼ ਬਾਹਰ ਨਹੀਂ ਕੋਈ ਸੁਣ ਰਿਹਾ, ਲੇਕਿਨ ਸਾਡੇ ਅੰਦਰ ਹੀ ਅੰਦਰ ਆਵਾਜ਼ ਗੂੰਜ ਰਹੀ ਹੈ ਤੇ ਅਸੀਂ ਉਸ ਨੂੰ ਸੁਣ ਵੀ ਰਹੇ ਹਾਂ ਔਰ ਅਸੀਂ ਉਸ ਨੂੰ ਬੋਲ ਵੀ ਰਹੇ ਹਾਂ। ਇਹ ਉਸ ਦਾ ਦੂਸਰਾ ਤਲ ਹੈ। ਮਾਨੋ ਪਾਣੀ ਵਿੱਚ ਉਤਰ ਕੇ ਥੋੜਾ ਜਿਹਾ ਥੱਲੇ ਡੁੱਬਣ ਦੀ ਕੋਸ਼ਿਸ਼ ਕਰਨਾ। ਤੀਸਰਾ ਜਿਹੜਾ ਤਲ ਹੁੰਦਾ ਹੈ ਉੱਥੇ ਮਨ ਨਹੀਂ ਰਹਿ ਜਾਂਦਾ। ਦੂਜੇ ਤਲ ਤੇ ਅਸੀਂ ਕਹਿ ਰਹੇ ਸਾਂ ਕਿ ਮੈਂ ਸ਼ਬਦ ਦਾ ਜਾਪ ਕਰ ਰਿਹਾ, ਮੈਂ ਸਿਮਰਨ ਕਰ ਰਿਹਾ ਹਾਂ, ਲੇਕਿਨ ਕੋਈ ਨਹੀਂ ਸੁਣ ਪਾ ਰਿਹਾ, ਉਸ ਨੂੰ ਮੈਂ ਸੁਣਦਾ ਹਾਂ। ਤੀਜੇ ਤਲ ਤੇ ਜਾ ਕੇ ਉਹ ਮੈਂ ਵਾਲੀ ਗੱਲ ਖਤਮ ਹੋ ਜਾਂਦੀ। ਹੁਣ ਮੈਂ ਨਾ ਜਪ ਰਿਹਾ, ਨਾ ਮੈਂ ਸਿਮਰਨ ਕਰ ਰਿਹਾ, ਕੁਛ ਵੀ ਨਹੀਂ ਕਰ ਰਿਹਾ, ਮੇਰਾ ਮਨ ਨਹੀਂ ਰਿਹਾ, ਹੁਣ ਉਹ ਸ਼ਬਦ ਹੀ ਰਹਿ ਗਿਆ ਬਸ। ਉਸ ਨੂੰ ਮਨਨ ਕਰਨ ਦਾ ਤੀਸਰਾ ਤਲ ਆਖਦੇ ਨੇ। ਸੋ ਸਹੀ ਅਰਥਾਂ ਵਿੱਚ ਜਦੋਂ ਕੋਈ ਮਨੁੱਖ ਉਸ ਤੀਸਰੇ ਤਲ ਤੇ ਪਹੁੰਚਦਾ ਹੈ, ਉਦੋਂ ਉਹ ਕਿਸੇ ਸ਼ਬਦ ਦਾ ਮਨਨ ਕਰ ਰਿਹਾ ਹੁੰਦਾ ਹੈ।
ਗੁਰੂ ਮਹਾਰਾਜ ਜੀ ਨੇ ਬਾਣੀ ਵਿੱਚ ਮੰਨਨ ਸ਼ਬਦ ਬਹੁਤ ਥਾਵਾਂ ਤੇ ਵਰਤਿਆ। ਪਹਿਲੇ ਪਾਤਸ਼ਾਹ ਫਰਮਾਉਂਦੇ ਨੇ, ਤੁਧ ਨੂੰ ਨਿਵਨ ਮੰਨਨ ਤੇਰਾ ਨਾਮ। ਤੇਰਾ ਨਾਮ, ਜਿਵੇਂ ਅਸੀਂ ਵਾਹਿਗੁਰੂ ਉਦਾਹਰਨ ਵਜੋਂ ਲਿਆ ਉੱਤੇ ਸ਼ਬਦ, ਵੈਸੇ ਵਾਹਿਗੁਰੂ ਜੀ ਦਾ ਨਾਂ ਕੋਈ ਨਹੀਂ ਹੁੰਦਾ। ਇਹ ਵਾਹਿਗੁਰੂ, ਰਾਮ, ਰਹੀਮ, ਅੱਲਾ, ਖੁਦਾ ਜਾਂ ਜਿੰਨੇ ਵੀ ਹੋਰ ਨਾਮ ਨੇ, ਇਹ ਵਾਹਿਗੁਰੂ ਜੀ ਦੇ ਪਰਮਾਤਮਾ ਦੇ ਆਖੀਏ ਜਾਂ ਉਸ ਦੇ ਆਖੀਏ, ਇਹ ਉਸ ਦੇ ਕਿਰਤਮ ਨਾਮ ਹਨ। ਕਿਰਤਮ ਨਾਮ ਜੋ ਉਹਦੀ ਕਿਰਤ ਨੂੰ ਵੇਖ ਕੇ, ਉਹਦੇ ਗੁਣਾਂ ਨੂੰ ਵੇਖ ਕੇ ਵਿਦਵਾਨ ਲੋਕਾਂ ਨੇ ਰੱਖੇ ਹੋਏ ਹੁੰਦੇ ਨੇ, ਉਹਨਾਂ ਨੂੰ ਕਿਰਤਮ ਨਾਮ ਆਖਿਆ ਜਾਂਦਾ ਹੈ। ਗੁਰਬਾਣੀ ਫਰਮਾਉਂਦੀ ਏ, ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾਪੂਰ ਬਲਾ। ਤੇਰਾ ਇੱਕੋ ਇੱਕ ਪੁਰਾਤਨ ਨਾਮ ਹੈ, ਸਨਾਤਨ ਨਾਮ ਹੈ, ਉਹ ਹੈ ਤੇਰੀ ਹੋਂਦ ਸਦਾ ਏ। ਬਸ ਇਹੋ ਹੀ ਤੇਰਾ ਨਾਮ ਏ। ਮੰਨਣ ਤੇਰਾ ਨਾਮ, ਉਹ ਨਾਮ ਕੁਝ ਵੀ ਏ। ਵੈਸੇ ਸਿਆਣੇ ਲੋਕ ਇਹ ਗੱਲ ਕਹਿੰਦੇ ਨੇ, ਜਿਹੜੇ ਇਸ ਮਾਰਗ ਤੇ ਚੱਲਣ ਵਾਲੇ ਨੇ, ਉਹ ਕਹਿੰਦੇ ਨੇ ਤੀਜੇ ਤਲ ਤੇ ਅੱਖਰਾਂ ਵਾਲਾ ਨਾਮ ਖਤਮ ਹੋ ਜਾਂਦਾ ਹੈ। ਉੱਥੇ ਧੁਨ ਆਤਮਕ ਨਾਮ ਦੀ ਸ਼ੁਰੂਆਤ ਹੁੰਦੀ ਏ। ਉਹਦੇ ਵਿੱਚ ਆਪਣੀ ਸੁਰਤ ਨੂੰ ਟਿਕਾ ਕੇ ਰੱਖਣਾ, ਉਹਦੇ ਵਿੱਚ ਸੁਰਤ ਨੂੰ ਜੋੜ ਕੇ ਰੱਖਣਾ, ਮੰਨਨ ਤੇਰਾ ਨਾਮ ਕਰਨਾ ਹੈ। ਤੁਧ ਨੂੰ ਨਿਵਨ, ਇਹ ਹੈ ਉਹਦੇ ਅੱਗੇ ਸਿਰ ਝੁਕਾ ਦੇਣਾ, ਇਹ ਹੈ ਉਹਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰ ਦੇਣਾ। ਸੋ ਇਹ ਹਨ ਮੰਨਨ ਕਰਨ ਦੇ ਅਰਥ। ਸੋ ਆਸ ਕਰਦਾ ਹਾਂ ਜਿਸ ਕਿਸੇ ਸੱਜਣ ਨੇ ਸਵਾਲ ਕੀਤਾ ਸੀ ਉਹ ਸਮਝ ਗਏ ਹੋਣਗੇ। ਸੋ ਆਪਾਂ ਪਹਿਲੇ ਤਲ ਤੋਂ ਸ਼ੁਰੂ ਕਰਨਾ ਅਧਿਆਤਮਿਕਤਾ, ਤੇ ਤੀਸਰੇ ਤੇ ਪਹੁੰਚਣਾ ਜਿੱਥੇ ਮਨ ਨਾ ਰਹਿ ਜਾਏ, ਮਨ ਲੀਨ ਹੋ ਜਾਏ ਸ਼ਬਦ ਵਿੱਚ। ਤੇ ਸ਼ਬਦ ਤੀਸਰੇ ਤਲ ਤੇ ਅੱਖਰ ਨਹੀਂ ਰਹਿ ਜਾਂਦੇ, ਉਸ ਨੂੰ ਅਨਹਦ ਨਾਦ ਆਖਦੇ। ਉਹਨੂੰ ਕਈ ਨਾਂ ਗੁਰਬਾਣੀ ਵਿੱਚ ਦਿੱਤੇ ਗਏ ਨੇ। ਉਹਦੇ ਵਿੱਚ ਲੀਨ ਹੋਣਾ, ਮੰਨਨ ਤੇਰਾ ਨਾਮ ਕਰਨਾ ਹੈ। ਸੋ ਆਓ ਹੁਣ ਅਸੀਂ ਅੱਜ ਦੀ ਵਿਚਾਰ ਪ੍ਰਾਰੰਭ ਕਰਦੇ ਹਾਂ। ਰਾਗ ਗੌਂਡ। ਗੁਰਬਾਣੀ ਵਿੱਚ ਇਸ ਰਾਗ ਦਾ ਨੰਬਰ 17ਵਾਂ ਹੈ। ਇਸ ਦਾ ਗਾਇਨ ਕਰਨ ਦਾ ਸਮਾਂ ਜਿਹੜਾ ਉਹ ਦੁਪਹਿਰ ਦਾ ਮੰਨਿਆ ਹੈ ਰਾਗੀ ਸੱਜਣਾ ਨੇ, ਜਿਹੜੇ ਇਸ ਨੂੰ, ਇਹਨਾਂ ਸ਼ਬਦਾਂ ਨੂੰ, ਰਾਗਾਂ ਨੂੰ ਗਾਉਂਦੇ ਨੇ। ਫਿਰ ਜਦੋਂ ਬਰਸਾਤ ਰੁੱਤ ਆਉਂਦੀ ਏ, ਉਦੋਂ ਇਹਨਾਂ ਵਿਦਵਾਨਾਂ ਦਾ ਮੰਨਣਾ ਹੈ ਕਿ ਇਸ ਰਾਗ ਨੂੰ ਕਿਸੇ ਵਕਤ ਵੀ ਗਾਇਆ ਜਾ ਸਕਦਾ ਹੈ। ਬਰਸਾਤ ਦੇ ਜਿਹੜੇ 2-3 ਮਹੀਨੇ ਹੁੰਦੇ ਨੇ, ਵੈਸੇ ਚੌਮਾਸਾ ਹੁੰਦਾ, 4 ਮਹੀਨੇ ਹੁੰਦੇ ਨੇ, ਉਸ ਨੂੰ ਚੌਮਾਸਾ ਆਖਦੇ ਨੇ। ਉਹ ਬਰਸਾਤ ਦੇ ਹੀ ਦਿਨ ਹੁੰਦੇ ਨੇ। ਉਹਨਾਂ ਦਿਨਾਂ ਵਿੱਚ ਇਸ ਰਾਗ ਨੂੰ ਕਿਸੇ ਵਕਤ ਵੀ ਗਾਇਆ ਜਾ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 859 ਤੋਂ ਲੈ ਕੇ 875 ਤੱਕ ਇਹ ਰਾਗ ਚੱਲਦਾ। ਇਹਦੇ ਵਿੱਚ ਗੁਰੂ ਮਹਾਰਾਜ ਜੀ ਦੀ ਬਾਣੀ ਦਰਜ ਹੈ। ਯਾਨੀ ਇਹ ਆਕਾਰ ਦੇ ਹਿਸਾਬ ਨਾਲ ਬਹੁਤ ਛੋਟਾ ਹੈ, ਬਹੁਤ ਵੱਡਾ ਰਾਗ ਨਹੀਂ। ਜਿਹੜਾ ਇਸ ਰਾਗ ਦੇ ਅੰਦਰ ਪਹਿਲਾ ਬਚਨ ਹੈ ਗੁਰੂ ਚੌਥੇ ਪਾਤਸ਼ਾਹ ਮਹਾਰਾਜ ਜੀ ਦਾ, ਆਪਾਂ ਥੋੜਾ ਜਿਹਾ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਚੌਥੇ ਪਾਤਸ਼ਾਹ ਫਰਮਾਉਂਦੇ ਨੇ, ਜੇ ਮਨ ਚਿਤ ਆਸ ਰੱਖੈ ਹਰ ਉਪਰ। ਇਹ ਸ਼ਬਦ ਜੇ ਵੱਲ ਧਿਆਨ ਜ਼ਰੂਰ ਦੇਣਾ ਜੀ। ਜੇ ਮਨ ਚਿਤ ਆਸ ਰੱਖੈ ਹਰਿ ਉਪਰ, ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਪਾਈ ਦਾ ਇੱਥੇ ਮਤਲਬ ਬਿੰਦੀ ਲਗਾ ਕੇ ਦਾ ਉਚਾਰਨ ਕਰਨਾ, ਤੂੰ ਪਾ ਲਵੇਂਗਾ। ਹੁਣ ਇਹ ਮਨ ਚਿੰਦੇ ਫਲ ਕਿਹੜੇ ਨੇ? ਦੁਨਿਆਵੀ ਲੋਕਾਂ ਵਾਸਤੇ ਫਲ ਵੱਖਰੇ ਹੁੰਦੇ ਨੇ, ਅਧਿਆਤਮਵਾਦੀ ਲੋਕਾਂ ਵਾਸਤੇ ਫਲ ਵੱਖਰੇ ਹੁੰਦੇ ਨੇ।
ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਹਰ ਮਨੁੱਖ ਦੀ ਆਪਣੀ ਇੱਕ ਆਸ ਹੁੰਦੀ ਏ, ਆਪਣੀ ਇੱਕ ਇੱਛਾ ਹੁੰਦੀ ਏ। ਜੋ ਉਸ ਦੀ ਇੱਛਾ ਹੈ ਉਹਨੂੰ ਉਹੋ ਹੀ ਪ੍ਰਾਪਤ ਹੋਏਗਾ, ਉਹ ਹੀ ਉਹਦਾ ਫਲ ਹੋਏਗਾ। ਲੇਕਿਨ ਗੁਰਬਾਣੀ ਜਿੱਥੇ ਸਾਨੂੰ ਸੰਸਾਰ ਨਾਲ ਵੀ ਜੁੜ ਕੇ ਰਹਿਣ ਦੀ ਪ੍ਰੇਰਨਾ ਦਿੰਦੀ ਏ, ਉੱਥੇ ਇਹ ਨਹੀਂ ਕਹਿੰਦੀ ਕਿ ਕੇਵਲ ਤੂੰ ਸੰਸਾਰ ਨਾਲ ਹੀ ਜੁੜਿਆ ਰਹਿ ਤੇ ਇਸੇ ਤਰ੍ਹਾਂ ਤੇਰੀ ਜ਼ਿੰਦਗੀ ਸਫਲ ਹੋ ਜਾਣੀ ਏ। ਸਗੋਂ ਗੁਰਬਾਣੀ ਸਾਨੂੰ ਇਹ ਸਮਝਾਉਂਦੀ ਹੈ ਕਿ ਸੰਸਾਰ ਦੇ ਵਿੱਚ ਰਹਿੰਦਾ ਹੋਇਆ, ਸੰਸਾਰ ਦੇ ਨਾਲ ਜੁੜਿਆ ਹੋਇਆ ਤੂੰ ਪ੍ਰਭੂ ਨਿਰੰਕਾਰ ਨਾਲ ਜੁੜਨਾ, ਉਸ ਨੂੰ ਅਧਿਆਤਮਵਾਦ ਆਖਦੇ ਨੇ। ਜੇਕਰ ਤੂੰ ਸੰਸਾਰ ਵਿੱਚ ਰਹਿਣਾ ਤੇ ਤੈਨੂੰ ਸੰਸਾਰਿਕ ਚੀਜ਼ਾਂ ਦੀ ਲੋੜ ਏ, ਉਹ ਲੋੜਾਂ ਵੀ ਤੇਰੀਆਂ ਪੂਰੀਆਂ ਹੋਣਗੀਆਂ ਜੇ ਮਨ ਚਿੱਤ ਆਸ ਰੱਖੇ ਹਰਿ ਉੱਪਰ। ਮਨ ਕਰਕੇ, ਚਿੱਤ ਕਰਕੇ, ਇਹ ਜਿਹੜਾ ਮਨ ਤੇ ਚਿੱਤ ਨਾ ਜੀ, ਸਾਡੇ ਅੰਤਸ਼ਕਰਨ ਦੇ ਇਹ ਹਿੱਸੇ ਨੇ, ਉਹਨੂੰ 4 ਭਾਗਾਂ 'ਚ ਵੰਡਿਆ ਜਾਂਦਾ ਹੈ। ਇਹ ਮਨ ਤੇ ਚਿੱਤ ਉਹਦਾ ਹੀ ਹਿੱਸਾ ਹੈ। ਜੇਕਰ ਤੂੰ ਮਨ ਕਰਕੇ, ਜੇਕਰ ਤੂੰ ਚਿੱਤ ਕਰਕੇ ਇੱਕੋ ਪਰਮੇਸ਼ਵਰ ਉੱਤੇ ਆਪਣੀ ਆਸ ਰੱਖੇ, ਇਹ ਨਾ ਹੋਵੇ ਕਿ ਗੁਰਦੁਆਰੇ ਵੀ ਜਾਵੇਂ, ਮੰਦਰ ਵਿੱਚ ਵੀ ਜਾਵੇਂ, ਮਸਜਿਦ ਵਿੱਚ ਵੀ ਜਾਵੇਂ, ਮੜੀਆਂ ਮਸਾਣਾਂ ਦੀ ਪੂਜਾ ਵੀ ਕਰਦਾ ਫਿਰੇ ਤੇ ਥਾਂ ਥਾਂ ਤੇ ਭਿਖਾਰੀ ਬਣ ਕੇ ਮੰਗਦਾ ਫਿਰੇ। ਹੋ ਸਕਦਾ ਉੱਥੋਂ ਵੀ ਆਸਾਵਾਂ ਪੂਰੀਆਂ ਹੋ ਜਾਣ, ਪਰ ਗੁਰੂ ਸਾਹਿਬ ਆਖਦੇ ਨੇ ਤੈਨੂੰ ਦਰ ਦਰ ਤੇ ਭਟਕਣ ਦੀ ਜ਼ਰੂਰਤ ਨਹੀਂ। ਤੂੰ ਇੱਕ ਪਰਮੇਸ਼ਵਰ ਉੱਤੇ ਆਸ ਰੱਖ। ਉਹ ਨਾ ਗੁਰਦੁਆਰੇ ਤੇ ਆਸ ਬਣਾਉਂਦੇ ਨੇ, ਨਾ ਮੰਦਰ ਤੇ, ਨਾ ਮਸਜਿਦ ਤੇ, ਨਾ ਕਿਤੇ ਹੋਰ। ਉਹ ਕਹਿੰਦੇ ਨੇ ਆਪਣੀ ਆਸ ਬੰਨ ਇੱਕ ਵਾਹਿਗੁਰੂ ਜੀ ਦੇ ਉੱਤੇ, ਇੱਕ ਪਰਮਾਤਮਾ ਉੱਤੇ। ਜੇਕਰ ਤੂੰ ਉਹਦੇ ਉੱਤੇ ਆਪਣੀ ਇੱਕ ਆਸ ਨੂੰ ਟਿਕਾ ਲਵੇਂ, ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਜੋ ਵੀ ਤੂੰ ਮਨ ਵਿੱਚ ਚਿਤਵ ਲਏਗਾ ਤੈਨੂੰ ਉਹ ਜ਼ਰੂਰ ਮਿਲੇਗਾ। ਤੇ ਅਧਿਆਤਮਵਾਦੀ ਲੋਕ ਕੀ ਚਿਤਵਦੇ ਨੇ? ਉਹ ਵਧੇਰੇ ਅਭਿਆਸ ਮੰਗਦੇ ਨੇ ਪਰਮਾਤਮਾ ਕੋਲੋਂ ਕਿ ਮੈਂ ਤੇਰੇ ਨਾਮ ਵਿੱਚ ਹੋਰ ਵੱਧ ਸਮਾਂ ਲਗਾ ਸਕਾਂ। ਉਹ ਪਰਮਾਤਮਾ ਕੋਲੋਂ ਮੰਗਦੇ ਨੇ ਜਦੋਂ ਮੈਂ ਤੇਰੀ ਯਾਦ ਵਿੱਚ ਬੈਠਾ ਮੇਰਾ ਮਨ ਜੁੜਿਆ ਰਹੇ। ਉਹ ਪਰਮਾਤਮਾ ਕੋਲੋਂ ਮੰਗਦੇ ਨੇ ਮੇਰਾ ਮਨ ਵਿਕਾਰਾਂ ਵੱਲ ਨਾ ਜਾਏ। ਉਹ ਪਰਮਾਤਮਾ ਤੋਂ ਮੰਗਦੇ ਨੇ ਮੇਰੇ ਤੇ ਕਿਰਪਾ ਕਰੀ, ਮੈਂ ਤੇਰੀ ਯਾਦ ਵਿੱਚ ਬਹਿਣ ਲੱਗਾ ਹਾਂ, ਮੇਰਾ ਮਨ ਤੇਰੀ ਯਾਦ ਵਿੱਚ ਜੁੜ ਸਕੇ। ਤੇ ਇੱਕੋ ਵਕਤ ਆਵੇ ਮੇਰਾ ਜੁੜਿਆ ਹੋਇਆ ਮਨ ਤੇਰੇ ਚਰਨਾਂ ਵਿੱਚ ਸਦਾ ਲਈ ਲੀਨ ਹੋ ਜਾਏ। ਉਹਨਾਂ ਦੀਆਂ ਆਸਾਵਾਂ ਕੁਝ ਇਹੋ ਜਿਹੀਆਂ ਹੁੰਦੀਆਂ ਨੇ। ਲੇਕਿਨ ਗੁਰੂ ਸਾਹਿਬ ਦਾ ਕਹਿਣਾ ਹੈ ਕਿ ਤੁਸੀਂ ਜੋ ਵੀ ਮੰਗੋਗੇ ਰੱਬ ਜੀ ਕੋਲੋਂ ਤੁਹਾਨੂੰ ਉਹ ਮਿਲੇਗਾ। ਪਰ ਸ਼ਬਦ ਜੇ ਮਨ 'ਚ ਆਸ ਰੱਖੇ ਹਰ ਉੱਪਰ, ਜੇ ਇੱਕ ਉੱਤੇ ਆਸ ਰੱਖੇਗਾ ਤਾਂ। ਕਿਉਂ? ਹਰ ਜਾਣੈ ਸਭ ਕਿਸ ਜੋ ਜੀ ਵਰਤੈ। ਪਰਮਾਤਮਾ ਤੇਰੇ ਅੰਦਰ ਦੀ ਉਹ ਹਰ ਗੱਲ ਜਾਣਦਾ ਜੋ ਤੇਰੇ ਚਿੱਤ ਦੇ ਵਿੱਚ ਹੋ ਰਿਹਾ ਹੈ। ਅਸੀਂ ਤੇ ਅਰਦਾਸਾਂ ਸੁਣਾ ਕੇ ਕਰ ਰਹੇ ਹਾਂ ਨਾ ਜੀ ਲੋਕਾਂ ਨੂੰ, ਪਰ ਗੁਰੂ ਸਾਹਿਬ ਆਖਦੇ ਨੇ ਬਿਨ ਬੋਲਿਆਂ ਸਭ ਕਿਛ ਜਾਣਦਾ, ਕਿਸੇ ਆਗੇ ਕੀਚੈ ਅਰਦਾਸ। ਉਹ ਤੇ ਬਿਨਾਂ ਬੋਲਿਆਂ ਜਾਣਦਾ ਹੈ। ਤੁਹਾਡੀ ਦਿਲ ਦੇ ਵਿੱਚ ਜੇ ਫੁਰਨਾ ਬਾਅਦ ਵਿੱਚ ਪੈਦਾ ਹੁੰਦਾ ਹੈ, ਉਹਨੂੰ ਇਹ ਵੀ ਪਤਾ ਹੁੰਦਾ ਹੈ ਕਿ ਹੁਣ ਇਹਦੇ ਅੰਦਰ ਫੁਰਨਾ ਕਿਹੜਾ ਪੈਦਾ ਹੋਣਾ ਹੈ। ਉਸ ਨੂੰ ਕੁਝ ਵੀ ਦੱਸਣ ਦੀ ਲੋੜ ਨਹੀਂ, ਕੁਝ ਵੀ ਲੋਕਾਂ ਨੂੰ ਸੁਣਾਉਣ ਦੀ ਲੋੜ ਨਹੀਂ। ਹਰ ਜਾਣੈ ਸਭ ਕਿਛ ਜੋ ਜੀ ਵਰਤੈ। ਜੋ ਤੇਰੇ ਚਿੱਤ ਦੇ ਅੰਦਰ, ਜੋ ਤੇਰੇ ਜੀ ਦੇ ਅੰਦਰ ਵਰਤ ਰਿਹਾ ਹੁੰਦਾ, ਜੋ ਚੱਲ ਰਿਹਾ ਹੁੰਦਾ ਫੁਰਨਾ, ਹਰ ਜਾਣੈ ਸਭ ਕਿਛ। ਪਰਮਾਤਮਾ ਉਸ ਸਭ ਕਾਸੇ ਨੂੰ ਜਾਣਦਾ ਹੁੰਦਾ। ਪ੍ਰਭ ਘਾਲਿਆ ਕਿਸੈ ਕਾ ਇੱਕ ਤਿਲ ਨਾ ਗਵਾਈ। ਜੇ ਕਿਸੇ ਨੇ ਪਰਮਾਰਥਿਕ ਤੌਰ ਤੇ ਵਾਹਿਗੁਰੂ ਜੀ ਦੇ
ਨਾਮ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜਰਾ ਜਿੰਨੀ ਵੀ ਘਾਲਣਾ ਘਾਲੀਏ, ਉਹ ਕਿਸੇ ਦੀ ਕੀਤੀ ਹੋਈ ਘਾਲਣਾ ਨੂੰ ਇੱਕ ਤਿਲ ਜਿੰਨਾ ਵੀ ਨਹੀਂ ਗਵਾਉਂਦਾ। ਯਾਨੀ ਐਸਾ ਨਹੀਂ ਕਿ ਤੁਸੀਂ 8 ਘੰਟੇ ਲਾਏ ਨੇ ਤੇ ਤੁਹਾਨੂੰ ਫਲ 4 ਘੰਟਿਆਂ ਦਾ ਦੇਵੇ। ਇਹੋ ਜਿਹਾ ਰੱਬ ਦੇ ਘਰ 'ਚ ਕੋਈ ਕਾਨੂੰਨ ਜਾਂ ਅਸੂਲ ਨਹੀਂ। ਉਹ ਨਾ ਤੁਹਾਨੂੰ ਵੱਧ ਦੇਵੇਗਾ ਨਾ ਘੱਟ ਦੇਵੇਗਾ, ਪੂਰਾ ਫਲ ਤੁਹਾਨੂੰ 8 ਘੰਟਿਆਂ ਦਾ ਹੀ ਦੇਵੇਗਾ ਜੋ ਤੁਸੀਂ ਕੀਤਾ ਹੈ। ਲੇਕਿਨ ਇੱਕ ਅਵਸਥਾ ਬਣਦੀ ਏ ਬੰਦੇ ਦੀ, ਜਦੋਂ ਪਰਮਾਤਮਾ ਦੇ ਨਾਲ ਉਹਦਾ ਗੂੜਾ ਪਿਆਰ ਪੈ ਜਾਂਦਾ, ਜਿੱਥੇ ਜਾ ਕੇ ਮਨਨ ਹੋ ਜਾਂਦਾ, ਮਨ ਨਹੀਂ ਰਹਿ ਜਾਂਦਾ। ਉੱਥੇ ਤੇ ਕੁਝ ਮੰਗਣਾ ਹੀ ਨਹੀਂ ਹੁੰਦਾ, ਉੱਥੇ ਤੇ ਮਨ ਹੀ ਨਹੀਂ ਰਿਹਾ, ਉੱਥੇ ਤੇ ਵਿਚਾਰ ਹੀ ਨਹੀਂ ਰਹੇ, ਉੱਥੇ ਤੇ ਫੁਰਨਾ ਹੀ ਮੁੱਕ ਗਿਆ। ਉਸ ਜਗ੍ਹਾ ਤੇ ਫਿਰ ਇਹ ਸਭ ਕੁਝ ਤੁਹਾਡਾ ਹੀ ਹੋ ਜਾਂਦਾ ਹੈ। ਫਿਰ ਕੁਝ ਵੀ ਬਾਕੀ ਮੰਗਣ ਮੰਗਾਉਣ ਦੀ ਗੱਲ ਨਹੀਂ ਰਹਿ ਜਾਂਦੀ। ਫਿਰ ਤੁਸੀਂ ਇਹਨਾਂ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਬਣ ਗਏ ਹੁੰਦੇ ਹੋ। ਇਹ ਗੱਲ ਜੀ ਗੁਰੂ ਜੀ ਆਖਦੇ ਨੇ, ਮੈਂ ਤੇ ਨਹੀਂ ਕਹਿ ਸਕਦਾ। ਗੁਰੂ ਜੀ ਆਖਦੇ ਨੇ ਕਿ ਇਸ ਤਰ੍ਹਾਂ ਦੀ ਅਵਸਥਾ ਮਨੁੱਖ ਉੱਤੇ ਬਣ ਜਾਂਦੀ ਏ ਜਦੋਂ ਉਹ ਭਜਨ ਕਰਦਾ ਕਰਦਾ, ਸਿਮਰਨ ਕਰਦਾ ਕਰਦਾ, ਧਿਆਨ ਕਰਦਾ ਕਰਦਾ, ਧਿਆਤਾ, ਧਿਆਨ ਤੇ ਧੇ, ਜਦੋਂ ਇਹ ਤਿੰਨੇ ਇੱਕ ਰੂਪ ਹੋ ਜਾਂਦੇ ਨੇ, ਉਦੋਂ ਇਹ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਸੁਆਮੀ ਬਣ ਜਾਂਦਾ, ਕਿਉਂਕਿ ਇਹ ਉਸ ਸੁਆਮੀ ਵਿੱਚ ਲੀਨ ਹੋ ਗਿਆ ਹੁੰਦਾ ਹੈ। ਸੋ ਅਸੀਂ ਘਾਲਣਾ ਕਰਨੀ ਹੈ ਜੀ, ਇਹ ਕਰਮ ਅਸਾਂ ਕਰਨਾ ਹੈ ਤੇ ਇਹ ਕਰਮ ਵੀ ਉਨਾ ਚਿਰ ਹੀ ਅਸੀਂ ਕਰਨਾ ਜਿੰਨਾ ਚਿਰ ਸਾਡਾ ਮਨ ਹੈ ਸਾਡੇ ਨਾਲ। ਜਦੋਂ ਮਨ ਮਰਦਾ ਹੈ ਉਸ ਤੋਂ ਬਾਅਦ ਇਹ ਘਾਲਣਾ ਵੀ ਖਤਮ ਹੋ ਜਾਂਦੀ। ਫਿਰ ਤੁਸੀਂ ਜੋ ਕਰਦੇ ਹੋ ਘਾਲਣਾ ਹੀ ਹੁੰਦੀ ਹੈ, ਬਸ ਤੁਸੀਂ ਉਹਦੇ ਹੁਕਮ ਵਿੱਚ ਚੱਲ ਰਹੇ ਹੁੰਦੇ ਹੋ। ਸੋ ਗੁਰੂ ਸਾਹਿਬ ਸਾਨੂੰ ਇਸ ਰਾਗ ਗੌਂਡ ਦੇ ਅੰਦਰ ਪਹਿਲੇ ਸ਼ਬਦ ਦੇ ਰਾਹੀਂ ਜਿਹੜੀ ਗੱਲ ਸਮਝਾਉਂਦੇ ਨੇ, ਉਹ ਇਹ ਸਮਝਾਉਂਦੇ ਨੇ ਕਿ ਆਪਣੇ ਮਨ ਚਿੱਤ ਨੂੰ ਵਾਹਿਗੁਰੂ ਜੀ ਤੇ ਪਰਮਾਤਮਾ ਤੇ ਟਿਕਾ ਕੇ ਰੱਖਣਾ। ਸੰਗਤ ਕਿਤੇ ਵੀ ਕਰੋ, ਜਾਓ ਕਿਤੇ ਵੀ, ਕਿਸੇ ਗੁਰਮੁਖ ਪਾਸ ਬੈਠੋ, ਕਿਸੇ ਗਿਆਨੀ ਸੱਜਣ ਕੋਲ ਬੈਠੋ, ਕਿਸੇ ਸੰਤ ਮਹਾਂਪੁਰਸ਼ ਕੋਲ ਬੈਠੋ, ਕੋਈ ਨਹੀਂ ਰੁਕਾਵਟ, ਕੋਈ ਨਹੀਂ ਰੋਕਦਾ, ਗੁਰੂ ਜੀ ਕਿਤੇ ਵੀ ਨਹੀਂ ਰੋਕਦੇ। ਲੇਕਿਨ ਆਪਣੀ ਆਸ ਜਿਹੜੀ ਹੈ ਉਹ ਇੱਕ ਉੱਤੇ ਬੰਨ੍ਹ ਲੈਣੀ, ਆਪਣੇ ਮਨ ਨੂੰ ਇੱਕ ਉੱਤੇ ਟਿਕਾ ਲੈਣਾ। ਔਰ ਮੈਂ ਤੇ ਇਹ ਵੀ ਕਹਿਣਾ ਚਾਹਾਂਗਾ ਕਿ ਸਹੀ ਅਰਥਾਂ ਵਿੱਚ ਮਹਾਂਪੁਰਸ਼ ਸੰਤ ਹੀ ਉਹ ਹੁੰਦਾ ਹੈ ਜਿਹੜਾ ਜਗਿਆਸੂ ਨੂੰ ਇੱਕ ਦੇ ਨਾਲ ਜੋੜਦਾ ਹੈ। ਜਿਹੜਾ ਕਿਸੇ ਹੋਰ ਨਾਲ ਜੋੜੇ ਜਾਂ ਆਪਣੇ ਤਨ ਨਾਲ, ਆਪਣੇ ਮਨ ਨਾਲ, ਆਪਣੀ ਕਿਸੇ ਇੱਛਾ ਨਾਲ ਜਗਿਆਸੂ ਨੂੰ ਜੋੜੇ, ਉਹ ਵੀ ਚੰਗਾ ਹੀ ਹੋਏਗਾ, ਪਰ ਉਹ ਜਗਿਆਸੂ ਵਾਸਤੇ ਚੰਗਾ ਨਹੀਂ ਹੁੰਦਾ। ਜਗਿਆਸੂ ਦੀ ਯਾਤਰਾ ਉਦੋਂ ਸਫਲ ਯਾਤਰਾ ਹੁੰਦੀ ਏ ਜਦੋਂ ਸਫਲ ਭਈ ਸਫਲ ਯਾਤਰਾ ਆਵਨ ਜਾਣ ਰਹੇ ਮਿਲੇ ਸਾਧਾ। ਸਾਧੂਆਂ ਦੇ, ਮਹਾਂਪੁਰਸ਼ਾਂ ਦੇ ਮਿਲਣ ਨਾਲ ਜਦੋਂ ਆਉਣਾ ਤੇ ਜਾਣਾ ਬੰਦੇ ਦਾ ਮੁੱਕ ਜਾਏ। ਆਉਣੇ ਤੇ ਜਾਣੇ ਤੋਂ ਮਤਲਬ ਹੈ ਜਨਮ ਤੇ ਮਰਨ। ਜਦੋਂ ਇਹ ਖਤਮ ਹੋ ਜਾਏ ਉਦੋਂ ਇਹਦੀ ਯਾਤਰਾ ਸਫਲ ਯਾਤਰਾ ਹੋ ਜਾਂਦੀ ਏ। ਜਿੰਨਾ ਚਿਰ ਇਹਦਾ ਆਉਣਾ ਜਾਣਾ ਬਣਿਆ ਰਹਿੰਦਾ ਉਨਾ ਚਿਰ ਯਾਤਰਾ ਸਫਲ ਨਹੀਂ ਹੁੰਦੀ, ਅਜੇ ਯਾਤਰਾ ਚੱਲ ਰਹੀ ਹੁੰਦੀ ਏ, ਅਸੀਂ ਅੱਗੇ ਵੱਧ ਰਹੇ ਹੁੰਨੇ ਆ, ਯਾਤਰਾ ਜਾਰੀ ਏ। ਪਰ ਸਫਲ ਯਾਤਰਾ ਉਦਣ ਹੋਣੀ ਏ ਜਿੱਦਣ ਆਪਾਂ ਆਪਣੀ ਮੰਜ਼ਿਲ ਤੇ ਪਹੁੰਚ ਗਏ। ਸੋ ਇਹ ਗੱਲ ਸਾਨੂੰ ਗੁਰੂ ਚੌਥੇ ਪਾਤਸ਼ਾਹ ਨੇ ਰਾਗ ਗੌਂਡ ਦੇ ਪਹਿਲੇ ਹੀ ਸ਼ਬਦ ਵਿੱਚ ਸਾਨੂੰ ਬੜੇ ਪਿਆਰ ਨਾਲ ਸਮਝਾ ਦਿੱਤੀ। ਸੋ ਆਓ ਹੁਣ ਅਸੀਂ ਅੱਗੇ ਸਮਝਦੇ ਹਾਂ ਰਾਗ ਰਾਮਕਲੀ। ਰਾਮਕਲੀ ਰਾਗ ਜਿਹੜਾ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ 18ਵਾਂ ਰਾਗ ਏ। ਇਸ ਦੇ ਗਾਉਣ ਦਾ ਜਿਹੜਾ ਵੇਲਾ ਉਹ ਦਿਨ ਦਾ ਪਹਿਲਾ ਪਹਿਰ ਹੈ, ਯਾਨੀ ਪਹਿਲਾ ਪਹਿਰ ਸਵੇਰੇ 6 ਵਜੇ ਤੋਂ 9 ਵਜੇ ਤੱਕ 3 ਘੰਟਿਆਂ ਦਾ ਇੱਕ ਪਹਿਰ ਹੁੰਦਾ। ਸੋ ਇਹ ਜਿਹੜੇ ਪਹਿਲੇ 3 ਘੰਟੇ ਨੇ ਸਵੇਰ ਦੇ ਦਿਨ ਚੜ੍ਹੇ ਦੇ, ਇਹ ਰਾਮਕਲੀ ਰਾਗ ਗਾਉਣ ਦਾ ਵਕਤ ਹੁੰਦਾ ਹੈ।
ਵਿਦਵਾਨਾਂ ਦਾ ਮਤ ਹੈ ਕਿ ਇਹ ਜਿਹੜਾ ਰਾਗ ਹੈ, ਭਾਵੇਂ ਇੱਥੇ ਰਾਗ ਰਾਮਕਲੀ ਲਿਖਿਆ, ਪਰ ਰਾਗ ਦੇ ਗੱਗੇ ਨੂੰ ਔਂਕੜ ਨਾ ਹੋਣ ਕਰਕੇ ਇਸ ਨੂੰ ਰਾਗ ਨਹੀਂ ਮੰਨਿਆ ਜਾਂਦਾ। ਰਾਮਕਲੀ ਵੈਸੇ ਨਾਮ ਤੋਂ ਵੀ ਅਸੀਂ ਸਮਝਦੇ ਹਾਂ ਕਿ ਇਹ ਇਸਤਰੀ ਲਿੰਗ ਨਾਮ ਹੈ। ਰਾਮਕਲੀ ਰਾਗਣੀ ਜਿਹੜੀ ਏ ਇਹ ਕਰੁਣਾ ਰਸ ਦੇ ਨਾਲ ਭਰਪੂਰ ਹੈ। ਕਰੁਣਾ ਰਸ, ਦਇਆ ਵਾਲਾ, ਤਰਸ ਵਾਲਾ, ਇਹਦੇ ਵਿੱਚੋਂ ਸਬਰ ਤੇ ਸੰਤੋਖ ਵਾਲਾ ਰਸ ਝਰਦਾ ਹੈ। ਜਦੋਂ ਸਹੀ ਮਾਇਨਿਆਂ ਵਿੱਚ ਕੋਈ ਰਾਗੀ ਸੱਜਣ ਇਸ ਰਾਗ ਦਾ ਗਾਇਨ ਕਰਦਾ ਹੈ। ਪੁਰਾਣੇ ਸਮੇਂ 'ਚ ਜੀ ਕਹਿੰਦੇ ਨੇ ਜਿਹੜਾ ਤਾਨਸੇਨ ਸੀ, ਬੜਾ ਵੱਡਾ ਗਵਈਆ ਸੀ ਅਕਬਰ ਦੇ ਦਰਬਾਰ ਦਾ, ਉਹ ਇਹਨਾਂ ਰਾਗਾਂ ਦਾ ਮਾਹਿਰ ਸੀ ਕਿ ਉਹ ਮੇਘ ਰਾਗ ਗਾ ਕੇ ਆਕਾਸ਼ ਵਿੱਚ ਬੱਦਲ ਪੈਦਾ ਕਰ ਸਕਦਾ ਸੀ। ਇੰਨੀ ਪਕੜ ਸੀ ਉਹਦੀ ਰਾਗਾਂ ਦੇ ਉੱਤੇ। ਦੀਪਕ ਰਾਗ ਗਾ ਕੇ ਉਹ ਕਮਰੇ ਵਿੱਚ ਪਏ ਹੋਏ ਬੁਝੇ ਹੋਏ ਦੀਵੇ ਜਗਾ ਸਕਦਾ ਸੀ। ਔਰ ਇਹ ਉਹਦੇ ਜੀਵਨ ਵਿੱਚ ਕਰਤੱਵ ਕੀਤੇ ਹੋਏ ਲਿਖੇ ਹੋਏ ਹਨ। ਅਕਬਰ ਇਹਨਾਂ ਚੀਜ਼ਾਂ ਨੂੰ ਵੇਖ ਕੇ ਹੈਰਾਨ ਰਹਿੰਦਾ ਸੀ। ਤਾਂ ਹੀ ਉਹਨੇ ਆਪਣੇ ਦਰਬਾਰ ਦੇ 9 ਰਤਨਾਂ ਵਿੱਚ ਉਸ ਨੂੰ ਲਿਆਂਦਾ ਹੋਇਆ ਸੀ। ਉਹਦੇ ਦਰਬਾਰ ਦੇ 9 ਰਤਨ ਸਨ, ਜਿਨ੍ਹਾਂ ਵਿੱਚੋਂ ਇੱਕ ਤਾਨਸੇਨ ਵੀ ਸੀ। ਇੱਕ ਗੱਲ ਹੋਰ ਦੱਸਣਾ ਚਾਹਾਂਗਾ, ਤਾਨਸੇਨ ਦੇ ਗੁਰੂ ਜੀ ਸਨ ਹਰੀਦਾਸ ਜੀ, ਤੇ ਹਰੀਦਾਸ ਜੀ ਦੇ ਗੁਰੂ ਜੀ ਸਨ ਭਾਈ ਮਰਦਾਨਾ ਜੀ। ਇਹ ਵੀ ਗੱਲ ਸਮਝਣ ਵਾਲੀ ਹੈ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਹੀ ਕਿਉਂ ਚੁਣਿਆ ਆਪਣੇ ਨਾਲ ਰਬਾਬ ਵਜਾਉਣ ਲਈ। ਇਸ ਲਈ ਕਿ ਜ਼ਮਾਨੇ ਦਾ ਸਭ ਤੋਂ ਵਧੀਆ ਸਾਜ਼ ਵਜਾਉਣ ਵਾਲੇ ਸਨ ਭਾਈ ਮਰਦਾਨਾ ਜੀ। ਭਾਈ ਮਰਦਾਨਾ ਜੀ ਦੇ ਸ਼ਾਗਿਰਦ ਹਰੀਦਾਸ ਜੀ, ਹਰੀਦਾਸ ਜੀ ਦੇ ਸ਼ਾਗਿਰਦ ਅਕਬਰ ਦੇ ਦਰਬਾਰੀ ਕਵੀ ਗਾਇਕ ਤਾਨਸੇਨ ਜੀ। ਸੋ ਜਦੋਂ ਕੋਈ ਰਾਮਕਲੀ ਰਾਗ ਗਾ ਦੇਵੇ, ਅੱਜ ਕੱਲ੍ਹ ਤੇ ਮੈਂ ਤੇ ਨਹੀਂ ਜੀ ਕਹਿ ਸਕਦਾ ਕਿਉਂਕਿ ਮੈਨੂੰ ਰਾਗਾਂ ਬਾਰੇ ਕੋਈ ਜਾਣਕਾਰੀ ਨਹੀਂ, ਪਰ ਜਿਹੜੇ ਰਾਗਾਂ ਦੀ ਜਾਣਕਾਰੀ ਰੱਖਦੇ ਨੇ ਲੋਕ, ਉਹ ਕਹਿੰਦੇ ਨੇ ਕਿ ਗੁਰਮਤਿ ਵਿੱਚੋਂ ਰਾਗ ਜਿਹੜੇ ਨੇ ਉਹ ਮਨਫੀ ਹੁੰਦੇ ਜਾ ਰਹੇ ਨੇ। ਇਹ ਵੈਸੇ ਰਾਗੀ ਸਿੰਘਾਂ ਦਾ ਵਿਸ਼ਾ ਹੈ ਜੀ, ਉਹਨਾਂ ਨੂੰ ਸੋਚਣਾ ਚਾਹੀਦਾ ਹੈ ਵੀ ਗੁਰਮਤਿ ਸੰਗੀਤ ਵਿੱਚੋਂ ਰਾਗ ਜਿਹੜੇ ਨੇ ਉਹ ਮਨਫੀ ਨਹੀਂ ਹੋਣ ਦੇਣੇ ਚਾਹੀਦੇ। ਕੱਲੇ ਰਾਗ ਹੀ ਮਨਫੀ ਨਹੀਂ ਹੋ ਰਹੇ, ਗੁਰਮਤਿ ਦੇ ਸਾਜ਼ ਵੀ ਮਨਫੀ ਹੋ ਰਹੇ ਨੇ, ਹੋ ਹੀ ਗਏ ਨੇ। ਤੁਸੀਂ ਕਦੀ ਵੇਖਿਆ ਹੋਵੇ ਕਿਸੇ ਨੂੰ ਰਬਾਬ ਵਜਾਉਂਦੇ ਆ? ਬਸ ਆਵਾਜ਼ਾਂ ਤਬਲਾ ਹੀ ਹੈ ਜੀ ਸਾਰਿਆਂ ਕੋਲ। ਕੋਈ ਰਾਗੀ ਸਿੰਘ ਰਬਾਬ ਨਹੀਂ ਵਜਾਉਂਦਾ, ਕੋਈ ਦਿਲਰੂਬਾ ਨਹੀਂ ਵਜਾਉਂਦਾ, ਕੋਈ ਇਹ ਜਿਹੜੇ ਤੰਤੀ ਸਾਜ਼ ਨੇ ਇਹ ਨਹੀਂ ਵਜਾਏ ਜਾਂਦੇ। ਦਰਬਾਰ ਸਾਹਿਬ ਇੱਕ ਵਾਰੀ ਬੜਾ ਵੱਡਾ, ਉੱਥੇ ਲੋਕਾਂ ਨੇ ਉਹਨਾਂ ਤੱਕ ਪਹੁੰਚ ਕੀਤੀ ਕਿ ਤੁਹਾਡੇ ਕੋਲ ਤੰਤੀ ਸਾਜ਼ਾਂ ਵਾਲੇ ਵਜੰਤਰੀ ਕਿਉਂ ਨਹੀਂ ਹਨ। ਤੇ ਹੁਣ ਉਹਨਾਂ ਨੇ ਇੱਕ ਸਾਈਡ ਤੇ ਇੱਕ ਬੰਦਾ ਬਿਠਾ ਦਿੱਤਾ ਹੈ, ਵਾਜੇ ਹੀ ਰਹੇ ਹੁੰਦੇ ਨੇ ਤੇ ਨਾਲ ਇੱਕ ਬਿਠਾਇਆ ਹੁੰਦਾ, ਤੁਣ ਜੀ ਕਰੀ ਜਾਂਦਾ। ਉਹ ਇਹ ਕੋਈ ਤੰਤੀ ਸਾਜ਼ਾਂ ਦਾ ਵਜਾਉਣਾ ਨਹੀਂ ਹੈ। ਤੰਤੀ ਸਾਜ਼ ਸਿੱਖਣੇ ਹੋਣ ਤੇ ਭਾਈ ਮਰਦਾਨਾ ਜੀ ਤੋਂ ਸਿੱਖੋ। ਉਹ ਕੋਈ ਤਬਲਾ, ਕੋਈ ਜੋੜੀ, ਕੋਈ ਮਰਦੰਗ ਨਾਲ ਨਹੀਂ ਸਨ ਵਜਾਉਂਦੇ, ਕੱਲੀ ਰਬਾਬ ਵਜਾਉਂਦੇ ਸਨ ਤੇ ਜਿਹਦੇ ਨਾਲ ਗੁਰੂ ਨਾਨਕ ਸਾਹਿਬ ਗਾਇਆ ਕਰਦੇ ਸਨ। ਗੁਰੂ ਨਾਨਕ ਸਾਹਿਬ ਜੀ ਜਦੋਂ ਸਿੱਧਾਂ ਕੋਲ ਗਏ ਤੇ ਸਿੱਧਾਂ ਦੇ ਕੋਲ ਉਹਨਾਂ ਨੇ ਰਾਮਕਲੀ ਰਾਗ ਵਿੱਚ ਹੀ ਗਾਇਆ ਜੋ ਕੁਛ ਗਾਇਆ, ਕਿਉਂਕਿ ਰਾਮਕਲੀ ਰਾਗ ਜਿਹੜਾ ਸਿੱਧਾਂ ਦਾ, ਜੋਗੀਆਂ ਦਾ ਮਨ ਭਾਉਂਦਾ ਰਾਗ ਏ। ਆਪਾਂ ਸਮਝਿਆ ਨੇ ਇਹਦੇ ਵਿੱਚ ਕਰੁਣਾ ਰਸ ਹੈ। ਉਹ ਬਸ ਰਸ ਵਿਭੋਰ ਹੋ ਜਾਂਦੇ ਜਦੋਂ ਹੀ ਰਾਮਕਲੀ ਰਾਗ ਸ਼ੁਰੂ ਹੁੰਦਾ। ਉਹਨਾਂ ਦੇ ਸਹਿ ਸੁਭਾਏ ਨੇਤਰ ਬੰਦ ਹੁੰਦੇ ਤੇ ਰਾਗ ਵਿੱਚੋਂ ਲੀਨ ਹੋ ਜਾਂਦੇ। ਇੱਥੋਂ ਤੱਕ ਵੀ ਵਿਦਵਾਨਾਂ ਦਾ ਮੰਨਣਾ ਹੈ ਜਿਹੜੇ ਜੋਗੀ ਸਨ ਉਹਨਾਂ ਕੋਲ ਹੋਰ ਕੋਈ ਸਾਜ਼ ਨਹੀਂ ਸੀ, ਉਹਨਾਂ ਕੋਲ ਇੱਕ ਕਿੰਗੁਰੀ ਹੁੰਦੀ ਸੀ। ਕਿੰਗੁਰੀ ਉਹ ਕਿਸੇ ਪਸ਼ੂ ਦੇ ਸਿੰਗ ਤੋਂ ਬਣਿਆ ਹੋਇਆ ਸਾਜ਼ ਹੁੰਦਾ ਹੈ।
ਉਸ ਨੂੰ ਇਸ ਢੰਗ ਨਾਲ ਬਣਾਇਆ ਜਾਂਦਾ, ਉਹਦੇ ਵਿੱਚ ਜਦੋਂ ਮੂੰਹ ਨਾਲ ਹਵਾ ਭਰਦੇ ਨੇ ਉਹਦੇ ਵਿੱਚੋਂ ਇੱਕ ਬੜੀ ਪਿਆਰੀ ਮਿੱਠੀ ਸੁਰੀਲੀ ਤੇ ਲੰਬੀ ਆਵਾਜ਼ ਨਿਕਲਦੀ ਏ ਜਿਹੜੀ ਅਨਹਦ ਸ਼ਬਦ ਦੇ ਨਾਲ ਮੈਚ ਕਰਦੀ ਹੁੰਦੀ ਏ। ਉਹ ਜੋਗੀ ਲੋਕ, ਇਹ ਤੇ ਤੁਹਾਨੂੰ ਪਤਾ ਹੀ, ਉਹ ਨਸ਼ੇ ਕਰਦੇ ਸਨ, ਸ਼ਰਾਬ ਆਦਿਕ ਪੀਂਦੇ ਸਨ। ਉਹ ਸ਼ਰਾਬ ਪੀ ਕੇ ਨਸ਼ਾ ਕਰਕੇ ਉਹਨਾਂ ਦਾ ਇੱਕ ਜੋਗੀ ਉਹ ਕਿੰਗਰੀ ਵਜਾਉਂਦਾ ਤੇ ਉਹ ਸਾਰੇ ਚੌਂਕੜੇ ਲਗਾ ਕੇ ਬੈਠਦੇ, ਨਸ਼ੇ ਵਿੱਚ ਨਸ਼ਈ ਹੋ ਕੇ ਉਸ ਆਵਾਜ਼ ਵਿੱਚ ਆਪਣੀ ਸੁਰਤ ਨੂੰ ਜੋੜਿਆ ਕਰਦੇ ਸਨ ਜਿਹੜੀ ਕਿੰਗਰੀ ਦੀ ਆਵਾਜ਼ ਨਿਕਲਦੀ ਸੀ। ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੇ ਕੋਲ ਜਾ ਕੇ ਇਹ ਗੱਲ ਸਮਝਾਈ ਕਿ ਮੈਂ ਤੁਹਾਡੀਆਂ ਇਹਨਾਂ ਗੱਲਾਂ ਨਾਲ ਸਹਿਮਤ ਹਾਂ ਕਿ ਤੁਸੀਂ ਨਸ਼ਾ ਕਰਕੇ ਅਨਹਦ ਸ਼ਬਦ ਵਿੱਚ ਆਪਣੀ ਸੁਰਤ ਨੂੰ ਜੋੜਦੇ ਜੇ, ਪਰ ਮੈਂ ਇਹਦੇ ਨਾਲ ਸਹਿਮਤ ਨਹੀਂ ਕਿ ਤੁਸੀਂ ਇਸ ਤਰ੍ਹਾਂ ਸਦਾ ਲਈ ਜੁੜੇ ਰਹਿ ਸਕੋਗੇ। ਸਮਝਣ ਦੀ ਕੋਸ਼ਿਸ਼ ਕਰਨਾ ਜੀ। ਮੈਂ ਸਹਿਮਤ ਹਾਂ ਕਿ ਤੁਸੀਂ ਅਨਹਦ ਸ਼ਬਦ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਜੇ, ਪਰ ਮੈਂ ਇਹਦੇ ਨਾਲ ਸਹਿਮਤ ਨਹੀਂ ਕਿ ਤੁਸੀਂ ਸਦਾ ਜੁੜੇ ਰਹਿ ਸਕਦੇ ਹੋ। ਕਿਉਂ? ਕਿਉਂਕਿ ਉਹ ਕਿੰਗਰੀ ਵਾਲੇ ਨੇ ਵੀ ਇੱਕ ਵਕਤ ਆਉਣਾ ਹੈ, ਉਹਦੀ ਹਵਾ ਜਦੋਂ ਪੂਰੇ ਜ਼ੋਰ ਨਾਲ ਨਿਕਲ ਗਈ ਤੇ ਉਹਨੇ ਬੰਦ ਕਰਨੀ ਪੈਣੀ ਉਹਨੂੰ। ਕਿੰਨਾ ਕੁ ਚਿਰ ਕੋਈ ਸਾਜ਼ ਵਜਾ ਸਕੇਗਾ? ਜਦੋਂ ਕਿੰਗਰੀ ਦੀ ਆਵਾਜ਼ ਖਤਮ ਹੋਏਗੀ, ਰੁਕ ਜਾਏਗੀ, ਉਦੋਂ ਉਹਨਾਂ ਦਾ ਅਨਹਦ ਸ਼ਬਦ ਵੀ ਰੁਕ ਜਾਏਗਾ। ਜਦੋਂ ਨਸ਼ਾ ਉਤਰੇਗਾ ਉਦੋਂ ਚੌਂਕੜਾ ਵੀ ਉਖੜ ਜਾਏਗਾ। ਚੌਂਕੜਾ ਉਨਾ ਚਿਰ ਲੱਗਾ ਰਹਿ ਸਕਦਾ ਜਿੰਨਾ ਚਿਰ ਨਸ਼ਾ ਸੀ। ਨਸ਼ਾ ਉਤਰਿਆ, ਗੋਡੇ ਪੀੜ ਕਰਨ ਲੱਗ ਪੈਣਗੇ ਤੇ ਉੱਠਣਾ ਪਵੇਗਾ। ਇਸ ਲਈ ਗੁਰੂ ਜੀ ਨੇ ਆਖਿਆ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ। ਅਨਹਦ ਸ਼ਬਦ ਤੁਹਾਡੇ ਅੰਦਰ ਹੋ ਰਿਹਾ ਹੈ। ਅੱਗੇ ਆਪਾਂ ਸਮਝਾਂਗੇ ਜਿਹੜੀ ਸਿੱਧ ਗੋਸ਼ਟ ਹੈ ਉਹ ਵੀ ਰਾਮ ਕਲੀ ਰਾਗ ਵਿੱਚ ਹੀ ਹੈ, ਜਿਹੜੀ ਸਿੱਧਾਂ ਨਾਲ ਗੋਸ਼ਟੀ ਗੁਰੂ ਨਾਨਕ ਸਾਹਿਬ ਜੀ ਦੀ ਹੋਈ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀ ਕਿ ਤੁਸੀਂ ਉਸ ਅਨਹਦ ਨਾਲ ਜੁੜੋ ਜਿਸ ਅਨਹਦ ਨੂੰ ਦੁਬਾਰਾ ਕਦੀ ਵਜਾਉਣਾ ਨਹੀਂ ਪੈਂਦਾ, ਉਹ ਵੱਜ ਹੀ ਰਿਹਾ ਹੈ ਤੇ ਉਹ ਤੁਹਾਡੇ ਮਰਨ ਤੋਂ ਬਾਅਦ ਵੀ ਸਮਾਪਤ ਨਹੀਂ ਹੁੰਦਾ। ਯਾਨੀ ਸਰੀਰ ਦੇ ਮਰਨ ਤੋਂ ਬਾਅਦ ਵੀ ਉਹ ਰੁਕਦਾ ਨਹੀਂ, ਉਹ ਸਮਾਪਤ ਨਹੀਂ ਹੁੰਦਾ। ਜਿਹੜੇ ਲੋਕ ਉਹਦੇ ਵਿੱਚ ਜੁੜ ਜਾਂਦੇ ਨੇ ਉਹਨਾਂ ਦੀ ਸੁਰਤ, ਉਹਨਾਂ ਦੀ ਆਤਮਾ ਜੁੜੀ ਜੁੜਾਈ ਉਹਦੇ ਵਿੱਚ ਲੀਨ ਹੋ ਕੇ ਰੱਬ ਦੇ ਵਿੱਚ ਲੀਨ ਹੋ ਜਾਂਦੀ ਏ, ਕਿਉਂਕਿ ਰੱਬ ਸ਼ਬਦ ਰੂਪ ਵਿੱਚ ਹੀ ਪੂਰੇ ਬ੍ਰਹਿਮੰਡ ਵਿੱਚ ਲੀਨ ਹੈ। ਉਹਦਾ ਹੋਰ ਕੋਈ ਆਕਾਰ ਨਹੀਂ। ਇਸ ਪੂਰੇ ਬ੍ਰਹਿਮੰਡ ਵਿੱਚ ਜੇ ਰੱਬ ਜੀ ਹਨ ਤੇ ਉਹ ਸ਼ਬਦ ਰੂਪ ਵਿੱਚ ਹਨ। ਬਸ ਉਸ ਅਨਹਦ ਵਿੱਚ ਜੁੜਨਾ, ਰੱਬ ਜੀ ਦੇ ਵਿੱਚ ਜੁੜਨਾ ਮੰਨਿਆ ਜਾਂਦਾ ਹੈ। ਲੇਕਿਨ ਪਹਿਲੀਆਂ ਅਵਸਥਾਵਾਂ ਵਿੱਚ ਸਾਨੂੰ ਸੁਣਦਾ ਵੀ ਹੈ ਤੇ ਸੁਣਨੋਂ ਹਟ ਵੀ ਜਾਂਦਾ ਹੈ। ਉਹ ਚੱਲਦਾ ਰਹਿੰਦਾ, ਸਾਡਾ ਧਿਆਨ ਪਾਸੇ ਹੋ ਜਾਂਦਾ ਹੈ। ਇਹ ਗੱਲ ਸਮਝਣ ਵਾਲੀ ਹੈ। ਅਨਹਦ ਨਹੀਂ ਰੁਕਿਆ, ਸਾਡਾ ਧਿਆਨ ਪਰੇ ਚਲਾ ਗਿਆ ਹੈ। ਅਸੀਂ ਉਹਨੂੰ ਹੁਣ ਸੁਣ ਨਹੀਂ ਪਾ ਰਹੇ। ਸੋ ਜੀ ਧਿਆਨ ਦੇਣਾ ਸਾਡੇ ਇਹਨਾਂ ਰਾਗੀ ਸਿੰਘ ਸਾਹਿਬਾਨਾਂ ਨੂੰ, ਸਭਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਚਾਹੀਦਾ ਹੈ ਕਿ ਅਸੀਂ ਗੁਰਮਤਿ ਦੇ ਸਾਜ਼ ਤੇ ਗੁਰਮਤਿ ਦੇ ਰਾਗ ਇਹਨਾਂ ਨੂੰ ਗੁਰਮਤਿ ਵਿੱਚੋਂ ਮਨਫੀ ਨਾ ਹੋਣ ਦਈਏ। ਇਹਨਾਂ ਦੀ ਹੋਂਦ ਨੂੰ ਬਰਕਰਾਰ ਰੱਖਣਾ ਇਹਨਾਂ ਸਿੰਘਾਂ ਦਾ ਜਿਹੜਾ ਉਹ ਜ਼ਿੰਮੇਵਾਰੀ ਹੈ। ਸੋ ਆਓ ਹੁਣ ਅਸੀਂ ਸਮਝਦੇ ਹਾਂ ਰਾਗ ਰਾਮਕਲੀ ਦੇ ਬਾਰੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੀ ਬਚਨ ਨੇ। ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ, ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸ਼ਿੰਗਾਰ। ਹੁਣ ਸ਼ਿੰਗਾਰ ਕਈ ਤਰ੍ਹਾਂ ਦਾ ਹੁੰਦਾ ਹੈ। ਵੈਸੇ 16 ਸ਼ਿੰਗਾਰ ਮੰਨੇ ਜਾਂਦੇ ਨੇ। ਇਹ ਜਿਹੜੇ 16 ਸ਼ਿੰਗਾਰ ਨੇ ਇਹਦੇ ਵਿੱਚ ਅਧਿਆਤਮਿਕ ਸ਼ਿੰਗਾਰ ਵੀ ਇੱਕ ਹੁੰਦਾ ਹੈ। ਅਧਿਆਤਮਿਕ ਸ਼ਿੰਗਾਰ ਕੀ ਹੈ? ਕਿਉਂਕਿ ਗੁਰਬਾਣੀ ਜਿਹੜੀ ਸਾਨੂੰ ਨਾ ਰੱਬ ਜੀ ਨਾਲ ਜੁੜਨ ਵਾਸਤੇ ਆ, ਵੇਖੋ ਇਹਦੇ 'ਚ ਲਿਖਿਆ ਹੋਇਆ ਹੈ ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸ਼ਿੰਗਾਰ। ਰਾਮ ਕਿਹਦੇ ਮਨ ਵਿੱਚ ਵਸਦਾ ਹੈ? ਅਧਿਆਤਮਿਕਵਾਦੀ ਲੋਕਾਂ ਦੇ ਮਨਾਂ ਵਿੱਚ। ਉਹਨਾਂ ਦਾ ਸ਼ਿੰਗਾਰ ਵੀ ਫਿਰ ਅਧਿਆਤਮਵਾਦੀ ਹੀ ਹੋਣਾ ਚਾਹੀਦਾ ਹੈ। ਉਹ ਕੋਈ
ਸਰੀਰ ਉੱਤੇ ਮੇਕਅਪ ਥੋੜੀ ਲਗਾਉਣਗੇ, ਮੇਕਅਪ ਨਹੀਂ ਕਰਨਗੇ। ਉਹ ਤਾਂ ਸਿਰਫ ਅਧਿਆਤਮਿਕ ਸ਼ਿੰਗਾਰ ਹੈ ਉਹਨਾਂ ਦਾ। ਉਹ ਕੀ ਹੈ ਆਪਾਂ ਥੋੜਾ ਸਮਝ ਲਈਏ। ਸਭ ਤੋਂ ਪਹਿਲਾ ਸ਼ਿੰਗਾਰ ਹੁੰਦਾ ਹੈ ਅਧਿਆਤਮਵਾਦੀ ਦਾ ਆਸਨ ਤੇ ਬੈਠਣਾ। ਜੇ ਸਾਨੂੰ ਅਜੇ ਤੱਕ ਬਹਿਣਾ ਨਾ ਆਇਆ ਹੋਵੇ ਤੇ ਅਧਿਆਤਮਿਕਤਾ ਜੇ ਸਾਡੇ ਤੋਂ ਪਰੇ ਆ, ਦੂਰ ਹੈ। ਸਭ ਤੋਂ ਪਹਿਲੀ ਗੱਲ ਹੈ ਬੈਠਣਾ। ਬੈਠਣਾ ਆਸਨ ਬਹੁਤ ਸਾਰੇ ਨੇ, ਪਰ ਗੁਰਮਤਿ ਕਹਿੰਦੀ ਤੁਸੀਂ ਸੁਖ ਆਸਨ ਵਿੱਚ ਬੈਠਣਾ ਹੈ। ਜਿਵੇਂ ਤੁਸੀਂ ਹੁਣ ਬੈਠੇ ਹੋ ਚੌਂਕੜੇ ਲਗਾ ਕੇ, ਇਸ ਨੂੰ ਸੁਖ ਆਸਨ ਆਖਦੇ ਨੇ। ਇਸ ਸੁਖ ਆਸਨ ਵਿੱਚ ਤੁਸੀਂ ਬੈਠਣਾ ਤੇ ਫਿਰ ਜਿੰਨਾ ਚਿਰ ਬੈਠਣਾ ਹੈ ਤੁਸੀਂ 5-7 ਮਿੰਟ ਤੋਂ ਸ਼ੁਰੂ ਕਰੋ। ਵਧੇਰੇ ਲੰਮਾ ਟਾਈਮ ਨਹੀਂ ਬੈਠਾ ਜਾਣਾ। ਪਹਿਲਾਂ 5-7 ਮਿੰਟ ਤੋਂ ਸ਼ੁਰੂ ਕਰੋ, ਲੇਕਿਨ ਜਿੰਨਾ ਚਿਰ ਬੈਠਣਾ ਉਨਾ ਚਿਰ ਹਿੱਲਣਾ ਨਹੀਂ। ਇਹ ਸ਼ਰਤ ਹੈ ਜੀ ਬੈਠਣ ਦੀ। ਆਸਨ ਨੂੰ ਦ੍ਰਿੜ ਕਰਨਾ ਇਹ ਉਹਦੀ ਪਹਿਲੀ ਸ਼ਰਤ ਹੈ ਕਿ ਉਹਦੇ 'ਚ ਹਿੱਲਣਾ ਨਹੀਂ ਹੁੰਦਾ। ਤੁਸੀਂ 5 ਮਿੰਟ ਬੈਠਣਾ ਹੈ। ਆਪਣੇ ਸਰੀਰ ਨੂੰ ਸੁਖ ਆਸਨ ਵਿੱਚ ਲੈ ਜਾਓ, ਜਿੱਥੇ ਤੁਹਾਡੇ ਸਰੀਰ ਦੇ ਕਿਸੇ ਅੰਗ ਉੱਤੇ ਕਿਸੇ ਪ੍ਰਕਾਰ ਦਾ ਕੋਈ ਦਬਾਅ ਨਾ ਹੋਵੇ, ਕੋਈ ਤਣਾਅ ਨਾ ਹੋਵੇ। ਉਸ ਆਸਨ ਵਿੱਚ ਬੈਠ ਜਾਓ, ਸੁਖ ਆਸਨ ਵਿੱਚ, ਤੇ ਫਿਰ ਜਿੰਨਾ ਵੀ ਚਿਰ ਤੁਸੀਂ ਬੈਠਣਾ ਹੈ, ਹਿੱਲਣਾ ਨਹੀਂ। ਇਹ ਪਹਿਲਾ ਸ਼ਿੰਗਾਰ ਹੈ ਜੀ ਅਧਿਆਤਮਵਾਦੀਆਂ ਦਾ। ਉਸ ਤੋਂ ਬਾਅਦ ਜਪ ਵਿੱਚ ਆਪਣੇ ਮਨ ਨੂੰ ਟਿਕਾਉਣਾ, ਇਹ ਦੂਜਾ ਸ਼ਿੰਗਾਰ ਹੁੰਦਾ ਹੈ ਅਧਿਆਤਮਵਾਦੀਆਂ ਦਾ। ਜਿਹੜਾ ਵੀ ਤੁਸੀਂ ਸ਼ਬਦ ਜਪਣਾ ਸ਼ੁਰੂ ਕੀਤਾ, ਆਪਣਾ ਮਨ ਉਹਦੇ ਵਿੱਚ ਜੋੜ ਕੇ ਰੱਖਣਾ, ਉਹਨੂੰ ਉਖੜਨ ਨਹੀਂ ਦੇਣਾ। ਮਨ ਉਖੜਦਾ ਜੀ, ਇਹ ਨਹੀਂ ਕਿ ਉਖੜਦਾ ਨਹੀਂ। ਮਨ ਉਖੜੇ ਫਿਰ ਵਾਪਸ ਲਿਆਉਣਾ, ਮਨ ਉਖੜੇ ਫਿਰ ਵਾਪਸ ਲਿਆਉਣਾ, ਫਿਰ ਲਿਆਉਣਾ, ਫਿਰ ਲਿਆਉਣਾ। ਜਿੰਨਾ ਚਿਰ ਬੈਠੇ ਰਹਿਣਾ ਬਸ ਇਹੋ ਹੀ ਕੰਮ ਕਰਨਾ ਹੈ। ਅਸਲ ਵਿੱਚ ਇਹੋ ਹੀ ਘਾਲਣਾ ਹੈ ਗੁਰਮਤਿ ਦੀ। ਔਰ ਉੱਥੇ ਕਈ ਨਹੀਂ ਚਲਾਉਣੀ, ਕੋਈ ਹਾਲ ਨਹੀਂ ਵਾਹੁਣਾ, ਬਸ ਇਹੋ ਹੀ ਘਾਲਣਾ ਹੈ। ਦੌੜਦੇ ਹੋਏ ਮਨ ਨੂੰ ਰੋਕ ਕੇ ਆਪਣੇ ਉਸ ਕੇਂਦਰ ਬਿੰਦੂ ਤੇ ਲਿਆਉਣਾ, ਉਸ ਸ਼ਬਦ ਵਿੱਚ ਲਿਆ ਕੇ ਟਿਕਾਉਣਾ। ਇਹੋ ਹੀ ਘਾਲਣਾ ਹੈ। ਇਸੇ ਹੀ ਘਾਲਣਾ ਨੂੰ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਜਿੰਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ। ਬਸ ਇਹੋ ਹੀ ਮਸ਼ੱਕਤ ਜੇ ਜਿੰਨਾ ਚਿਰ ਤੁਸੀਂ ਅੱਜ ਬੈਠ ਕੇ ਵੇਖਣਾ ਜਾ ਕੇ ਘਰਾਂ ਵਿੱਚ, ਜਿੰਨਾ ਚਿਰ ਵੀ ਬੈਠੋ, 5 ਮਿੰਟ ਬੈਠੋ ਤੇ 5 ਮਿੰਟ ਵਿੱਚ 500 ਵਾਰੀ ਬਾਹਰ ਜਾਏਗਾ ਤੇ 500 ਵਾਰੀ ਮੋੜ ਕੇ ਲਿਆਉਣਾ। ਬਸ ਇਹੋ ਹੀ ਘਾਲਣਾ ਜੇ। ਲੱਗੇ ਰਹਿਣਾ ਇਸ ਕੰਮ ਵਿੱਚ। ਕਿੰਨਾ ਚਿਰ ਲੱਗੇ ਰਹਿਣਾ ਇਹ ਰੱਬ ਜਾਣੇ ਜੀ। ਕਦੋਂ ਇਹ ਟਿਕੇਗਾ, ਕਦੋਂ ਇਹ ਰੁਕੇਗਾ, ਕਦੋਂ ਇਹ ਮਨਨ ਹੋਏਗਾ। ਜਦੋਂ ਹੋਏਗਾ ਹੋਏਗਾ। ਅਸਾਂ ਘਾਲਣਾ ਕਰਨੀ, ਇਹ ਸਾਡਾ ਕਰਮ ਹੈ। ਕਿਉਂਕਿ ਅਸੀਂ ਮਨੁੱਖ ਜਾਮੇ ਵਿੱਚ ਹਾਂ ਤੇ ਮਨੁੱਖ ਜਾਮੇ ਨੂੰ ਵਾਹਿਗੁਰੂ ਜੀ ਨੇ ਇੱਕ ਵਿਲ ਪਾਵਰ ਦਿੱਤੀ ਹੈ, ਕੋਈ ਜ਼ਿੰਮੇਵਾਰੀਆਂ ਦਿੱਤੀਆਂ ਨੇ। ਅਧਿਆਤਮਵਾਦੀਆਂ ਦੀਆਂ ਇਹ ਜ਼ਿੰਮੇਵਾਰੀਆਂ ਨੇ। ਆਸਨ ਤੇ ਬੈਠਣਾ, ਮਨ ਨੂੰ ਇੱਕ ਕੇਂਦਰ ਬਿੰਦੂ ਤੇ ਟਿਕਾ ਕੇ ਰੱਖਣਾ, ਰੋਕ ਕੇ ਰੱਖਣਾ, ਤੇ ਫਿਰ ਉਸ ਸਮੇਂ ਨੂੰ ਵਧਾਈ ਜਾਣਾ ਹੌਲੀ ਹੌਲੀ। ਅੱਜ 5 ਮਿੰਟ, ਦੂਸਰੀ ਸਿਟਿੰਗ ਵਿੱਚ ਬੈਠੋ 6 ਮਿੰਟ, ਤੀਸਰੀ ਸਿਟਿੰਗ ਵਿੱਚ 7 ਮਿੰਟ, ਉਸ ਟਾਈਮ ਨੂੰ ਵਧਾਉਂਦੇ ਜਾਣਾ। ਇਹ ਹੈ ਜੀ ਅਧਿਆਤਮਵਾਦੀਆਂ ਦਾ ਸ਼ਿੰਗਾਰ। ਇਹ ਸ਼ਿੰਗਾਰ ਕਰਨਾ। ਫਿਰ ਹੋਰ ਸ਼ਿੰਗਾਰ ਕੀ ਹੈ? ਦਇਆ, ਧਰਮ, ਸਤ, ਸੰਤੋਖ ਆਦਿਕ ਸ਼ੁਭ ਗੁਣਾਂ ਨੂੰ ਆਪਣੇ ਸੰਗੀ ਸਾਥੀ ਬਣਾਉਣਾ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹਨਾਂ ਤੋਂ ਕਿਨਾਰਾ ਕਰਨਾ। ਇਹਨਾਂ ਦੀ ਸੰਗਤ ਛੱਡ ਦੇਣੀ, ਇਹਨਾਂ ਨੂੰ ਹੱਥ ਜੋੜ ਦੇਣੇ ਵੀ ਹੁਣ ਤੱਕ ਮੈਂ ਤੁਹਾਡਾ ਸੰਗ ਬਹੁਤ ਕੀਤਾ ਤੇ ਮੈਂ ਹਮੇਸ਼ਾ ਤੁਹਾਡੇ ਤੋਂ ਮਾਰ ਹੀ ਖਾਧੀ ਏ, ਤੁਹਾਡੇ ਤੋਂ ਕੋਟੀ ਖਾਧੀ ਏ। ਹੁਣ ਕਿਰਪਾ ਕਰਕੇ ਤੁਸੀਂ ਮੇਰੀ ਜਿੰਦ ਛੱਡ ਦਿਓ। ਮੈਂ ਹੁਣ ਇਹਨਾਂ ਦਾ ਸਾਥੀ ਬਣਨਾ ਹੈ। ਦਇਆ, ਧਰਮ, ਸਤ, ਸੰਤੋਖ ਆਦਿਕ ਦਾ। ਇਹ ਹੈ ਜੀ ਅਧਿਆਤਮਵਾਦੀਆਂ ਦਾ ਸ਼ਿੰਗਾਰ। ਇਸ ਗੱਲ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ। ਵੇਖੋ, ਪੜ੍ਹ ਕੇ ਤੁਸੀਂ ਅੱਗੇ ਲੰਘ ਜਾਓ ਪਹਿਲੀ ਪੰਕਤੀ ਤੇ ਕਿੰਨੇ 2-3 ਸੈਕਿੰਡ ਹੀ ਲੱਗਦੇ ਨੇ ਪੜ੍ਹਨ ਨੂੰ, ਪਰ ਜਦੋਂ ਇਹਦੇ ਤੇ ਕੰਮ ਕਰਨਾ ਪਿਆ ਤੇ ਸਾਰੀ ਉਮਰ ਲੱਗ ਜਾਣੀ ਹੈ। ਤੇ ਫਿਰ ਵੀ ਪਤਾ ਨਹੀਂ ਸਿੱਧ ਹੋਵੇ ਕਿ ਨਾ ਹੋਵੇ।
ਇਹ ਤੇ ਗੁਰੂ ਪਰਮੇਸ਼ਵਰ ਮਿਹਰ ਹੀ ਕਰ ਦੇਵੇ ਤੇ ਸਿੱਧੀ ਹਾਸਲ ਹੁੰਦੀ ਏ, ਨਹੀਂ ਤੇ ਕੋਈ ਨਹੀਂ ਹੁੰਦੀ। ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸ਼ਿੰਗਾਰ। ਜਦੋਂ ਪਰਮੇਸ਼ਵਰ ਦਾ ਨਾਮ ਤੁਹਾਡੇ ਮਨ ਵਿੱਚ ਵਸ ਗਿਆ, ਮਨ ਟਿਕ ਗਿਆ, ਮਨ ਨੇ ਮਨਨ ਕਰ ਲਿਆ, ਤਾਂ ਤੁਹਾਡਾ ਅਧਿਆਤਮਿਕ ਸ਼ਿੰਗਾਰ ਕੀਤਾ ਹੋਇਆ ਸ਼ਿੰਗਾਰ ਬਣ ਗਿਆ। ਤੇ ਸ਼ਿੰਗਾਰ ਬਣਿਆ ਕਦੋਂ ਹੁੰਦਾ ਹੈ ਜੀ? ਜਿਸ ਨੂੰ ਸ਼ਿੰਗਾਰ ਵਿਖਾਉਣਾ ਹੋਵੇ ਉਹ ਖੁਸ਼ ਹੋ ਜਾਏ ਸ਼ਿੰਗਾਰ ਵੇਖ ਕੇ। ਗੁਰਬਾਣੀ ਵਿੱਚ ਸਾਨੂੰ ਸਭ ਜੀਵਾਂ ਨੂੰ ਗੁਰੂ ਜੀ ਨੇ ਇਸਤਰੀ ਰੂਪ ਵਿੱਚ ਮੰਨ ਕੇ ਗੱਲ ਕੀਤੀ ਏ। ਇਸਤਰੀ ਸ਼ਿੰਗਾਰ ਕਿਉਂ ਕਰਦੀ ਏ? ਕਿਹਦੇ ਵਾਸਤੇ ਕਰਦੀ ਏ? ਉਹਦੇ ਸ਼ਿੰਗਾਰ ਕਰਨ ਦਾ ਜੀ ਇੱਕੋ ਹੀ ਮਕਸਦ ਹੁੰਦਾ ਹੈ, ਆਪਣੇ ਪਤੀ ਨੂੰ ਪ੍ਰਸੰਨ ਕਰਨਾ। ਅਧਿਆਤਮਵਾਦੀਆਂ ਨੇ ਸ਼ਿੰਗਾਰ ਕਰਨਾ ਜੋ ਮੈਂ ਉੱਤੇ ਬਿਆਨ ਕੀਤਾ ਹੈ, ਆਪਣੇ ਪਤੀ ਪਰਮਾਤਮਾ ਨੂੰ ਪ੍ਰਸੰਨ ਕਰਨ ਵਾਸਤੇ। ਜਿੱਦਣ ਉਹ ਪ੍ਰਸੰਨ ਹੋ ਗਿਆ ਤਾਂ ਬਣਿਆ ਸ਼ਿੰਗਾਰ। ਤੁਹਾਡਾ ਸ਼ਿੰਗਾਰ ਬਣਿਆ, ਤੁਹਾਡਾ ਸ਼ਿੰਗਾਰ ਕੀਤਾ ਸਕਾਰਥਾ ਹੋ ਗਿਆ। ਇਹ ਹੋਣਾ ਕਿਵੇਂ ਆ? ਗੁਰ ਕੈ ਸ਼ਬਦ ਕਮਲ ਬਿਗਸਿਆ। ਇਹ ਹੋਣਾ ਹੈ ਗੁਰੂ ਦੇ ਸ਼ਬਦ ਦੁਆਰਾ। ਇੱਥੇ ਸ਼ਬਦ ਦਾ ਅਰਥ ਹੈ ਜੀ ਸਿੱਖਿਆ, ਗੁਰੂ ਦੀ ਸਿੱਖਿਆ। ਗੁਰੂ ਦੀ ਸਿੱਖਿਆ ਕੀ ਹੈ? ਮਨਨ ਕਰੋ। ਇਹ ਗੁਰੂ ਦੀ ਸਿੱਖਿਆ ਹੈ। ਗੁਰ ਕੈ ਸ਼ਬਦ ਕਮਲ ਬਿਗਸਿਆ ਤਾਂ ਸੌਂਪਿਆ ਭਗਤ ਭੰਡਾਰ। ਉੱਤੇ ਆਪਾਂ ਗੱਲ ਕੀਤੀ ਸੀ, ਜਦੋਂ ਇਹ ਮੰਨਣ ਦੀ ਅਵਸਥਾ ਵਿੱਚ ਚਲਾ ਜਾਏ, ਵਿਚਾਰ ਤੇ ਫੁਰਨੇ ਰੁਕ ਜਾਣ, ਉਦੋਂ ਇਹ ਪ੍ਰਭੂ ਜੀ ਦੇ ਵਿੱਚ ਲੀਨ ਹੁੰਦਾ ਹੈ ਤੇ ਲੀਨ ਹੋਇਆ ਇਹ ਕਰੋੜਾਂ ਬ੍ਰਹਿਮੰਡਾਂ ਦਾ ਸੁਆਮੀ ਬਣ ਜਾਂਦਾ ਹੈ। ਗੁਰ ਕੈ ਸ਼ਬਦ ਕਮਲ ਬਿਗਸਿਆ ਤਾਂ ਸੌਂਪਿਆ ਭਗਤ ਭੰਡਾਰ। ਇਹ ਭਗਤੀ ਦਾ ਭੰਡਾਰਾ ਇਹ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਜਿਹੜਾ ਗੁਰੂ ਦੇ ਸ਼ਬਦ ਦੀ ਰਾਹੀਂ ਜਿਸ ਦਾ ਕਮਲ ਵਿਗਾਸ ਹੋ ਜਾਏ। ਹੁਣ ਜੀ ਸਮਾਂ ਹੋ ਗਿਆ, ਆਪਾਂ ਇੱਥੋਂ ਗੱਲ ਫਿਰ ਆਪਾਂ ਅਗਲੇ ਐਤਵਾਰ ਸ਼ੁਰੂ ਕਰਾਂਗੇ। ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਆਖਿਆ, ਗੁਰ ਪ੍ਰਸਾਦ ਊਰਧ ਕਮਲ ਵਿਗਾਸ। ਊਰਧ ਦਾ ਮਤਲਬ ਹੁੰਦਾ ਜੀ ਉਲਟਾ। ਹੁਣ ਸਾਡਾ ਹਿਰਦਾ ਕਮਲ ਉਲਟਾ ਹੋਇਆ ਹੈ। ਉਲਟਾ ਹੋਣ ਤੋਂ ਇੱਕ ਮਤਲਬ ਇਹ ਵੀ ਏ ਕਿ ਇਹ ਸ਼ੁਭ ਗੁਣਾਂ ਨੂੰ ਛੱਡ ਕੇ ਇਹਨਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਸੰਗਤ ਵਿੱਚ ਪਿਆ ਹੋਇਆ, ਉਲਟਾ ਹੋਇਆ ਹੈ। ਜਦੋਂ ਸਿੱਧਾ ਹੋਏਗਾ, ਇਹ ਮਾੜੀ ਸੰਗਤ ਨੂੰ ਛੱਡ ਕੇ ਸ਼ੁਭ ਗੁਣਾਂ ਦੀ ਸੰਗਤ ਵਿੱਚ ਚਲਾ ਜਾਏਗਾ, ਇਹ ਮਹਾਂਪੁਰਸ਼ਾਂ ਗੁਰੂਆਂ ਦੀ ਸੰਗਤ ਵਿੱਚ ਚਲਾ ਜਾਏਗਾ। ਕਮਲ ਵਿਗਾਸ ਦਾ ਇੱਕ ਅਰਥ ਮਹਾਂਪੁਰਸ਼ ਹੋਰ ਕਰਦੇ ਨੇ। ਇਹ ਜੀ ਉਹਨਾਂ ਮਹਾਂਪੁਰਸ਼ਾਂ ਦੀ ਅਵਸਥਾ ਹੁੰਦੀ ਏ, ਉਹ ਹੀ ਦੱਸ ਸਕਦੇ ਨੇ ਸਹੀ ਅਰਥਾਂ ਵਿੱਚ ਕਮਲ ਵਿਗਾਸ ਕਿਵੇਂ ਹੁੰਦਾ। ਮੈਂ ਤੇ ਨਹੀਂ ਦੱਸ ਸਕਦਾ, ਲੇਕਿਨ ਮੈਂ ਸੁਣਿਆ ਜ਼ਰੂਰ ਏ ਕਿ ਸੱਚਮੁੱਚ ਹੀ ਜਦੋਂ ਸਾਡਾ ਹਿਰਦਾ ਕਮਲ ਵਿਗਾਸ ਹੁੰਦਾ ਹੈ ਤੇ ਕਬੀਰ ਸਾਹਿਬ ਨੇ ਆਖਿਆ ਸੀ ਉੱਤੋਂ ਇੱਕ ਅੰਮ੍ਰਿਤ ਦੀ ਧਾਰਾ ਬਹਿ ਰਹੀ ਏ। ਆਪਾਂ ਨੂੰ ਨਹੀਂ ਜੀ ਪਤਾ, ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਉਹਦੇ ਬਾਰੇ ਮੈਨੂੰ ਕੋਈ ਗਿਆਨ ਨਹੀਂ, ਲੇਕਿਨ ਕਬੀਰ ਜੀ ਨੂੰ ਸੀ ਤੇ ਤਾਂ ਹੀ ਉਹਨਾਂ ਆਖਿਆ ਨਾ। ਉਹ ਕਹਿੰਦੇ ਨੇ ਉੱਤੋਂ ਇੱਕ ਅੰਮ੍ਰਿਤ ਦੀ ਧਾਰਾ ਬਹਿ ਰਹੀ ਏ, ਕਮਲ ਦਾ ਫੁੱਲ ਸਿੱਧਾ ਹੋਵੇ ਤੇ ਉਹਦੇ ਵਿੱਚ ਪੈ ਜਾਂਦੀ ਹੈ, ਤੁਸੀਂ ਤ੍ਰਿਪਤ ਹੋ ਜਾਂਦੇ ਹੋ। ਨਹੀਂ ਤੇ ਅਸੀਂ ਆ ਕਾਮ ਕ੍ਰੋਧ ਦੀਆਂ ਲਹਿਰਾਂ ਵਿੱਚ ਹੀ ਸਾਰੀ ਜ਼ਿੰਦਗੀ ਡੁੱਬੇ ਤੇ ਗੋਤੇ ਖਾਂਦੇ ਮਰ ਜਾਂਦੇ ਆ। ਸੋ ਜੀ ਆਪਾਂ ਇੱਥੋਂ ਹੀ ਅਗਲੀ ਵਾਰੀ ਗੱਲ ਸ਼ੁਰੂ ਕਰਾਂਗੇ ਤੇ ਫਿਰ ਅੱਗੇ ਗੱਲ ਆਪਾਂ ਤੋਰਾਂਗੇ ਤੇ ਅੱਗੇ ਫਿਰ ਇਸੇ ਹੀ ਰਾਗ ਦੇ ਅੰਦਰ ਓੰਕਾਰ ਬਾਣੀ ਆਉਣੀ ਹੈ, ਆਨੰਦ ਸਾਹਿਬ ਆਉਣਾ ਹੈ, ਸੱਧ ਆਉਣਾ ਹੈ, ਫਿਰ ਸਿੱਧ ਗੋਸ਼ਟ ਆਉਣੀ ਹੈ। ਆਪਾਂ ਉਹਨਾਂ ਨੂੰ ਸਹਿਜੇ ਸਹਿਜੇ ਸਮੇਂ ਮੁਤਾਬਕ ਸਮਝਦੇ ਚੱਲਾਂਗੇ। ਗੁਰੂ ਮਹਾਰਾਜ ਸਾਨੂੰ ਸਭਨਾਂ ਨੂੰ ਸੋਝੀ ਦੇਵੇ। ਅਸੀਂ ਗੁਰੂ ਜੀ ਦੇ ਇਹਨਾਂ ਪਵਿੱਤਰ ਬਚਨਾਂ ਨੂੰ ਜੋ ਆਪਾਂ ਗੁਰਬਾਣੀ ਵਿੱਚੋਂ ਸਮਝੇ ਨੇ, ਅਸੀਂ ਆਪਣੇ ਹਿਰਦਿਆਂ ਵਿੱਚ ਵਸਾ ਸਕੀਏ ਤੇ ਆਪਣੇ ਇਸ ਮਨੁੱਖਾ ਜੀਵਨ ਨੂੰ ਸਫਲ ਕਰ ਸਕੀਏ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ ਜੀ। ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।